ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਸਿੰਘਨਾਦ ਰੇਡੀਓ ਦਾ, ਜੋ ਕਿ ਨਵੀਂ ਲੜੀ ਦੀ ਸ਼ੁਰੂਆਤ ਹੋਵੇਗੀ, ਜਿਹਦੇ ਵਿੱਚ ਅਖੌਤੀ ਦਸ਼ਮ ਗ੍ਰੰਥ ਦੇ ਵਿਚਿੱਤਰ ਨਾਟਕ ਦੇ ਉਸ ਗ੍ਰੰਥ ਦੇ ਜੋ ਪ੍ਰਚਲਿਤ ਸ਼ਬਦ ਨੇ, ਰਾਗੀ ਬਹੁਤ ਪੜ੍ਹਦੇ ਨੇ, ਬਹੁਤ ਗਾਉਂਦੇ ਨੇ, ਵਿਦਆਊਟ ਰੀਅਲਾਈਜ਼ ਕੀਤੇ ਵੀ ਅਸਲ 'ਚ ਸ਼ਬਦ ਦਾ ਭਾਵ ਕੀ ਹੈ, ਉਹ ਸ਼ਬਦ ਕਹਿ ਕੀ ਰਿਹਾ ਹੈ, ਉਹ ਰਚਨਾ ਕੀ ਕਹਿ ਰਹੀ ਹੈ, ਪਰ ਉਹਨੂੰ ਬਾਰ-ਬਾਰ ਗਾਇਆ ਜਾ ਰਿਹਾ। ਅੱਜ ਆਪਾਂ ਉਹਨਾਂ ਵਿੱਚੋਂ ਪਹਿਲੇ ਸ਼ਬਦ ਦੀ ਜੋ ਸ਼ੁਰੂਆਤ ਕਰਦੇ ਹਾਂ, ਉਹ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਰਚਨਾ ਤੁਸੀਂ ਬਹੁਤ ਵਾਰ ਸੁਣੀ ਹੋਵੇਗੀ। ਤਕਰੀਬਨ ਹਰ ਰਾਗੀ ਢਾਡੀ ਤੋਂ, ਗਾਉਣ ਵਾਲੇ ਤੋਂ, ਗਾਇਕ ਤੋਂ, ਫਿਲਮੀ ਅਦਾਕਾਰਾਂ ਤੋਂ, ਮੁਹੰਮਦ ਰਫੀ ਵਰਗੇ, ਹੰਸਰਾਜ ਹੰਸ ਵਰਗੇ ਪੰਜਾਬੀ ਗਾਇਕ, ਈਵਨ ਜਿਹੜੀ ਤੁਹਾਡੀ ਚਾਰ ਸਾਹਿਬਜ਼ਾਦੇ ਫਿਲਮ ਆਈ, ਉਹਦੇ ਵਿੱਚ ਵੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਰਚਨਾ ਨੂੰ ਫਿਲਮਾਇਆ ਗਿਆ। ਬੜੀ ਪ੍ਰਚਲਿਤ ਰਚਨਾ ਹੈ। ਅਸੀਂ ਦੇਖਣਾ ਇਹ ਹੈ ਕਿ ਕੀ ਵਾਕਿਆ ਇਹ ਰਚਨਾ ਗੁਰੂ ਦੀ ਰਚਨਾ ਹੈ ਕਿ ਗੁਰੂ ਦੇ ਨਾਮ ਨਾਲ ਨੱਥੀ ਕਰਕੇ, ਗੁਰੂ ਦੇ ਨਾਮ ਤੇ ਮੜ ਕੇ ਇਹ ਸਾਡੇ ਅੱਗੇ ਪਰੋਸੀ ਗਈ ਹੈ। ਜੇ ਗੁਰੂ ਦੇ ਨਾਮ ਤੇ ਮੜ ਕੇ ਸਾਡੇ ਅੱਗੇ ਪਰੋਸੀ ਗਈ ਹੈ ਤੇ ਉਹਦਾ ਕਾਰਨ ਕੀ ਹੈ? ਮੈਂ ਸ਼ਾਰਟ ਦੇ ਵਿੱਚ, ਕਿਉਂਕਿ ਆਪਾਂ ਕੇਵਲ ਪ੍ਰਚਲਿਤ ਰਚਨਾਵਾਂ ਦੇ ਸੰਬੰਧ ਵਿੱਚ ਹੀ ਇਹ ਸ਼ੋਅ ਸ਼ੁਰੂ ਕੀਤਾ ਹੈ, ਪਰ ਮੈਂ ਬਿਲਕੁਲੋਂ ਕੰਸਾਈਜ਼ਲੀ ਇੱਕ ਗੱਲ ਕਰਨਾ ਚਾਹੁੰਦਾ। ਜਦੋਂ ਵੀ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ, ਕਿਸੇ ਧਰਮ ਦਾ ਨਾਸ਼ ਕਰਨਾ ਹੋਵੇ, ਕਿਉਂਕਿ ਧਰਮ ਬੱਝੇ ਹੁੰਦੇ ਆ ਲਿਟਰੇਚਰ ਦੇ ਆਧਾਰ ਤੇ, ਧਰਮ ਬੱਝੇ ਹੁੰਦੇ ਨੇ ਸਾਹਿਤ ਦੇ ਆਧਾਰ ਤੇ। ਜੇ ਸਿੱਖ ਕੌਮ ਦੇ ਸੰਦਰਭ 'ਚ ਗੱਲ ਕਰ ਲਈਏ, ਧਰਮ ਦੇ ਸੰਦਰਭ 'ਚ ਗੱਲ ਕਰ ਲਈਏ, ਤੇ ਸਿੱਖੀ ਦੀ ਜਿੰਦ ਜਾਨ, ਜੋ ਸਿੱਖੀ ਦੀ ਹੋਂਦ ਨੂੰ ਦਰਸਾਉਣ ਵਾਲਾ ਇਸ ਵੇਲੇ ਸਿੱਖਾਂ ਦੇ ਕੋਲ, ਜਿਹਨੂੰ ਅਸੀਂ ਗੁਰੂ ਗ੍ਰੰਥ ਕਹਿੰਦੇ ਆ, ਉਹ ਇੱਕ ਅਥੈਂਟਿਕ ਸਾਹਿਤ, ਅਥੈਂਟਿਕ ਪੋਇਟਰੀ, ਅਥੈਂਟਿਕ ਲਿਟਰੇਚਰ, ਜੋ ਸਾਡਾ ਗੁਰੂ ਰੂਪ ਵਿੱਚ, ਗੁਰੂ ਗ੍ਰੰਥ ਰੂਪ ਵਿੱਚ ਹੈ। ਜਦੋਂ ਗੁਰੂ ਗ੍ਰੰਥ ਦੀ ਵਿਚਾਰ ਨੂੰ ਖਤਮ ਕਰਨਾ ਹੈ, ਉਹਦੇ ਬਰਾਬਰ, ਉਹਦੇ ਪੈਰਲਲ ਇੱਕ ਵਿਚਾਰ ਖੜੀ ਕੀਤੀ ਜਾਵੇਗੀ ਤੇ ਉਹ ਵਿਚਾਰ ਖਤਮ ਹੋਵੇਗੀ। ਉਹਦੇ ਪੈਰਲਲ ਇੱਕ ਵਿਚਿੱਤਰ ਨਾਟਕ, ਜਾਂ ਜਿਹਨੂੰ ਦਸ਼ਮ ਗ੍ਰੰਥ ਵੀ ਕਹਿ ਦਿੱਤਾ ਜਾਂਦਾ ਹੈ। ਵੈਸੇ ਨਾਮ ਇੱਕ ਨਹੀਂ, ਇਹਦਾ ਨਾਮ ਇਹਦੇ ਕਈ ਬਦਲਦੇ ਆਏ ਅੱਜ ਤੱਕ। ਕਦੀ ਇਹ ਵਿਚਿੱਤਰ ਨਾਟਕ ਹੋ ਗਿਆ, ਕਦੇ ਇਹ ਸਮੁੰਦਰ ਸਾਗਰ ਹੋ ਗਿਆ, ਕਦੇ ਇਹ ਵਿਦਿਆ ਸਾਗਰ ਗ੍ਰੰਥ ਬਣ ਗਿਆ, ਕਦੀ ਇਹ ਦਸ਼ਮ ਗ੍ਰੰਥ ਬਣ ਗਿਆ, ਕਦੀ ਇਹਦਾ ਨਾਮ ਦਸ਼ਮ ਪਾਤਸ਼ਾਹ ਦਾ ਗ੍ਰੰਥ ਹੋ ਗਿਆ, ਕਦੀ ਸ਼੍ਰੀ ਦਸ਼ਮ ਗ੍ਰੰਥ ਹੋ ਗਿਆ, ਤੇ ਅੱਜ ਮੌਜੂਦਾ ਰੂਪ ਵਿੱਚ ਜੋ ਉਹਨਾਂ ਦਾ ਮਿਸ਼ਨ ਸੀ, ਜੋ ਵਿਚਿੱਤਰ ਨਾਟਕ ਗ੍ਰੰਥ ਤੋਂ ਚੱਲਿਆ ਸੀ, ਮੌਜੂਦਾ ਰੂਪ ਵਿੱਚ ਤੁਹਾਡੇ ਸਾਹਮਣੇ ਸ਼੍ਰੀ ਗੁਰੂ ਦਸ਼ਮ ਗ੍ਰੰਥ ਹੋ ਗਿਆ। ਕਿਉਂਕਿ ਤੁਸੀਂ ਆਪਣੇ ਜਿੰਦ ਜਾਨ ਗ੍ਰੰਥ ਨੂੰ ਗੁਰੂ ਗ੍ਰੰਥ ਰਾਹੀਂ ਸੰਬੋਧਨ ਹੁੰਦੇ ਜੇ, ਕਿਉਂਕਿ ਬਾਣੀ ਗੁਰੂ ਹੈ। ਗ੍ਰੰਥ ਉਸ ਬਾਣੀ ਨੂੰ ਸਾਂਭਣ ਦੀ ਦੇਹ ਹੈ, ਉਹਨੂੰ ਗੁਰੂ ਗ੍ਰੰਥ ਘੋਸ਼ਿਤ ਕਰਦੇ ਹਾਂ ਅਸੀਂ, ਗੁਰੂ ਗ੍ਰੰਥ ਕਹਿੰਦੇ ਆ। ਉਸ ਗੁਰੂ ਗ੍ਰੰਥ ਦੀ ਰਿਪਲੇਸਮੈਂਟ ਵਾਸਤੇ ਇਹਨਾਂ ਨੇ ਜੋ ਵਿਚਿੱਤਰ ਨਾਟਕ ਦਾ ਸਫ਼ਰ ਜਿੱਥੋਂ ਸ਼ੁਰੂ ਹੋਇਆ ਸੀ, ਉਹਦੇ ਬਰਾਬਰ, ਉਹਦੇ ਪੈਰਲਲ ਸ਼੍ਰੀ ਗੁਰੂ ਦਸ਼ਮ ਗ੍ਰੰਥ ਲਿਆ ਕੇ ਬਿਠਾ ਦਿੱਤਾ। ਸੋ ਉਸ ਅਖੌਤੀ ਸ਼੍ਰੀ ਗੁਰੂ ਦਸ਼ਮ ਗ੍ਰੰਥ, ਜਾਂ ਵਿਚਿੱਤਰ ਨਾਟਕ ਸ਼ਾਰਟ 'ਚ ਕਹਿ ਲਈਏ, ਉਹਦੇ ਵਿੱਚ ਤਰ੍ਹਾਂ ਦੀਆਂ ਰਚਨਾਵਾਂ, ਐਸੀਆਂ ਰਚਨਾਵਾਂ ਜਿਹਦੇ ਨਾਲ ਸਿੱਖ ਦਾ ਕਰੈਕਟਰ ਖਤਮ ਹੋ ਜਾਏ, ਐਸੀਆਂ ਰਚਨਾਵਾਂ ਜਿਹਦੇ ਨਾਲ ਇਹ ਅਵਤਾਰਵਾਦ 'ਚ ਚਲੇ ਜਾਏ, ਐਸੇ ਲੋਕ ਪ੍ਰਚਲਿਤ ਲੋਕ ਤੱਥ ਜਿਹਦੇ ਨਾਲ ਇਹਦਾ ਸੱਭਿਆਚਾਰਕ ਢਾਂਚਾ ਖਤਮ ਹੋ ਜਾਏ, ਸਿੱਖ ਦਾ ਸਾਹਿਤ ਖਰਾਬ ਹੋ ਜਾਏ, ਸਿੱਖ ਦਾ ਕਰੈਕਟਰ ਦਾਗੀ ਹੋ ਜਾਏ, ਸਿੱਖ ਨਮਨ ਦੇ ਸਿਧਾਂਤ 'ਚ ਚਲੇ ਜਾਏ, ਜੋ ਬਾਣੀ ਦਾ ਇਨਕਲਾਬ ਸੀ ਉਹਨੂੰ ਛੱਡ ਇੱਕ ਨਮਨ ਦੇ ਸਿਧਾਂਤ ਨੂੰ ਅਪਣਾ ਲਏ। ਉਸ ਵਿਚਿੱਤਰ ਨਾਟਕ ਦੇ ਵਿੱਚ ਕੁੱਟ ਕੇ ਭਰ ਦਿੱਤਾ ਗਿਆ। ਉਹਦੇ ਵਿੱਚ ਹੀ ਇੱਕ ਰਚਨਾ, ਜਿਹਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਸੀਂ ਪੜ੍ਹਦੇ ਜੀ, ਬਹੁਤ ਪੜ੍ਹਦੇ ਜੀ, ਬਹੁਤ ਪ੍ਰਚਲਿਤ ਹੋਈ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਭ ਤੋਂ ਪਹਿਲਾਂ ਇਹ ਵੇਖੀਏ ਵੀ ਇਹ ਵਿਚਿੱਤਰ ਨਾਟਕ ਦੇ ਅਖੌਤੀ ਦਸ਼ਮ ਗ੍ਰੰਥ ਦੇ ਕਿਸ ਪੇਜ ਤੇ ਹੈ, ਕਿੱਥੇ ਪਈ ਹੈ। ਇਹ ਪੰਨਾ 709 ਤੋਂ 712 ਤੱਕ 3 ਪੰਨਿਆਂ ਦੇ ਉੱਤੇ ਟੋਟਲ 10 ਸ਼ਬਦ ਟਾਈਟਲ ਦੇ ਹੇਠ, ਕਈ ਇਹਨੂੰ ਸ਼ਬਦ ਹਜ਼ਾਰੇ ਵੀ ਕਹਿੰਦੇ ਨੇ, ਪਰ ਸ਼ਬਦ ਹਜ਼ਾਰੇ ਨਾਮ ਦਾ ਟਾਈਟਲ ਇਹਨਾਂ ਪ੍ਰਾਚੀਨ ਜਿਹੜੀਆਂ ਬੀੜਾਂ ਨੇ ਉਹਨਾਂ ਦੇ ਵਿੱਚ ਕਿਤੇ ਵੀ ਨਹੀਂ ਹੈ, ਕੇਵਲ ਸ਼ਬਦ ਟਾਈਟਲ ਹੈ। ਉਹਦੇ ਵਿੱਚ ਟੋਟਲ 10 ਸ਼ਬਦ ਨੇ, ਜਿਹੜੇ ਫੁਟਕਲ, ਜਿਹਨੂੰ ਰਤਨ ਸਿੰਘ ਜੱਗੀ ਨੇ ਫੁਟਕਲ ਮੰਨਿਆ। ਫੁਟਕਲ ਹੁੰਦਾ ਵਾਧੂ, ਐਵੇਂ ਬਾਹਰੋਂ ਆਏ, ਆਸਿਓਂ ਪਾਸਿਓਂ ਆਏ। ਫੁਟਕਲ ਰਚਨਾ ਜੋ ਕਿ 10 ਸ਼ਬਦ ਨੇ, ਸ਼ੁਰੂ ਹੁੰਦੀ ਹੈ ਰੇ ਮਨ ਐਸੋ ਕਰ ਸੰਨਿਆਸਾ ਤੋਂ ਸ਼ੁਰੂਆਤ ਹੁੰਦੀ ਹੈ। ਉਸੇ ਲੜੀ ਦੇ ਵਿੱਚ
ਇਹ ਮਿੱਤਰ ਪਿਆਰੇ ਨੂੰ ਜਾ ਕੇ 6ਵੀਂ ਰਚਨਾ ਹੈ। ਪਹਿਲੇ 3 ਜਿਹੜੀਆਂ ਰਚਨਾਵਾਂ ਨੇ ਇਹਦੀਆਂ 10 ਦੇ ਵਿੱਚੋਂ ਉਹ ਰਾਮਕਲੀ ਰਾਗ 'ਚ ਹੈ, ਇੱਕ ਸੋਰਠ 'ਚ ਹੈ, ਇੱਕ ਕਲਿਆਣ 'ਚ ਹੈ। ਤੇ ਜਿਹੜਾ ਮਿੱਤਰ ਪਿਆਰੇ ਨੂੰ ਹੈ, ਜਿਸ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਹੈ, ਇਹਦਾ ਟਾਈਟਲ ਖਿਆਲ ਹੈ। ਖਿਆਲ ਪਾਤਸ਼ਾਹੀ 10ਵੀਂ। ਉਸ ਤੋਂ ਬਾਅਦ ਤਿਲੰਗ, ਬਿਲਾਵਲ ਤੇ ਦੇਵਗੰਧਾਰੀ ਜਿਹੜੀਆਂ ਰਹਿੰਦੀਆਂ ਰਚਨਾਵਾਂ ਨੇ, ਹੋਰ 4 ਰਚਨਾਵਾਂ, 2 ਦੇਵਗੰਧਾਰੀ 'ਚ, ਇੱਕ ਤਿਲੰਗ ਕਾਫੀ 'ਚ ਤੇ ਇੱਕ ਬਿਲਾਵਲ 'ਚ। ਸੋ 6 ਰਾਗਾਂ ਦੀ ਵਰਤੋਂ ਇਹਨਾਂ 10 ਰਚਨਾਵਾਂ ਨੂੰ ਦਰਜ ਕਰਨ ਲੱਗਿਆਂ ਕੀਤੀ ਗਈ ਹੈ ਬੜੇ ਤਰੀਕੇ ਨਾਲ, ਕਿਉਂਕਿ ਬਾਣੀ ਰਾਗਾਂ 'ਚ ਹੈ। ਉਹਨਾਂ ਨੇ ਰਾਗਾਂ ਦੀ ਵਰਤੋਂ ਕਰਕੇ ਵੀ ਤੁਹਾਡੇ ਅੰਦਰ ਇਹ ਮਟੀਰੀਅਲ ਕਾਪੀ ਕਰਨ ਵਾਸਤੇ ਥੋੜੀ ਬਹੁਤੀ ਮੈਚਿੰਗ ਕਰਨੀ ਪਏਗੀ ਤੇ ਕਾਪੀ ਅਸੈਪਟ ਹੋਵੇਗੀ। ਜਿਹੜੇ ਇਹ 9 ਜਾਂ 10 ਰਚਨਾਵਾਂ, ਪਹਿਲਾਂ 9 ਕਈਆਂ ਬੀੜਾਂ ਦੇ ਵਿੱਚ ਜਿਹੜੀ ਭਾਈ ਮਨੀ ਸਿੰਘ ਵਾਲੀ ਬੀੜ ਸੀ ਜੋ 770 'ਚ ਲਿਖੀ ਮੰਨੀ ਗਈ ਹੈ, ਉਸ ਵਿੱਚ ਇਹ 10 ਰਚਨਾਵਾਂ ਜਿਹੜੀਆਂ ਨੇ ਸ਼ਬਦ ਨਾਮ ਹੇਠ, ਸ਼ਬਦ ਦੇ ਟਾਈਟਲ ਹੇਠ, ਜਿਹਦੇ ਵਿੱਚ ਮਿੱਤਰ ਪਿਆਰੇ ਵੀ ਹੈ, ਉਹ ਹੈ ਹੀ ਨਹੀਂ, ਉਹਦੇ ਵਿੱਚ ਮਿਸਿੰਗ ਹੈ, ਉੱਦਾਂ ਹੀ ਹੈ ਨਹੀਂ। ਕਈਆਂ ਬੀੜਾਂ ਦੇ ਵਿੱਚ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦੀ ਥਾਂ ਤੇ ਫਕੀਰਾਂ ਨੂੰ ਕਹਿਣਾ ਹੈ, ਫਕੀਰ ਸ਼ਬਦ ਵਰਤਿਆ ਗਿਆ। ਤੇ ਕਈਆਂ ਸ਼ਬਦਾਂ ਦੇ ਵਿੱਚ ਕੇਵਲ ਹੀ 9 ਸ਼ਬਦ ਮੌਜੂਦ ਨੇ, ਮਿੱਤਰ ਪਿਆਰੇ ਵਾਲਾ ਹੈ ਨਹੀਂ। ਇਹ ਮਿੱਤਰ ਪਿਆਰੇ ਵਾਲੀ ਰਚਨਾ ਕਈਆਂ ਬੀੜਾਂ ਦੇ ਵਿੱਚ ਨਹੀਂ ਹੈ। ਪਾਠ ਅੰਤਰ ਵੀ ਹੈ। ਦਸ਼ਮ ਗ੍ਰੰਥ ਦੀਆਂ ਪ੍ਰਾਤਨ ਬੀੜਾਂ ਦੇ ਵਿੱਚ ਕਈਆਂ ਦੇ ਵਿੱਚ ਇਹ ਗੁੰਮ ਵੀ ਹੈ, ਮਿਲਦੀ ਨਹੀਂ। ਸੋ ਕੁਛ ਇਦਾਂ ਦਾ ਇਹ ਸਾਰਾ ਤਾਣਾ ਬਾਣਾ ਹੈ। ਜਦੋਂ ਕੋਈ ਵੀ ਚੋਰੀ ਹੋਵੇ, ਚੋਰੀ ਦੀਆਂ ਰਚਨਾਵਾਂ ਆਉਣ ਕਿਸੇ ਸਾਹਿਤ ਦੀਆਂ, ਕਿਸੇ ਲਿਖਾਰੀ ਦੀਆਂ, ਚੁੱਕ ਕੇ ਅਸੀਂ ਗੁਰੂ ਦੇ ਨਾਂ ਤੇ ਮੰਨਣੀਆਂ ਹੋਣ, ਅਸੀਂ ਤੇ ਨਹੀਂ, ਅਸੀਂ ਤੇ ਮਿਸਗਾਈਡਡ ਆ, ਅਸੀਂ ਤੇ ਮਿਸਗਾਈਡ ਹੋ ਰਹੇ ਹਾਂ। ਜਿਨ੍ਹਾਂ ਨੇ ਮੜੀਆਂ ਨੇ ਉਸ ਵਿਪਰ ਨੇ ਬੜੇ ਤਰੀਕੇ ਨਾਲ ਮੜੀਆਂ ਨੇ। ਚੋਰ ਚੋਰੀ ਕਰਦਾ ਕੋਈ ਨਾ ਕੋਈ ਸੁਰਾਖ ਛੱਡ ਜਾਂਦਾ ਹੈ। ਚੋਰੀ ਕੀਤੀ ਗਈ ਹੈ ਪਰ ਬਹੁਤ ਸੁਰਾਖ ਪਏ ਨੇ ਵੀ ਇਹ ਰਚਨਾਵਾਂ ਕਈਆਂ ਦੇ ਵਿੱਚ ਉੱਦਾਂ ਹੀ ਨਹੀਂ ਲੱਭਦੀਆਂ, ਕਈਆਂ 'ਚ ਮਰੀਦਾਂ ਦੀ ਥਾਂ ਤੇ ਫਕੀਰਾਂ ਆ ਗਿਆ। ਹੁਣ ਆਓ, ਜੋ ਇਸ ਰਚਨਾ ਦੇ ਨਾਲ ਇੱਕ ਮਿਥਹਾਸ ਜੁੜਿਆ ਹੈ, ਇਤਿਹਾਸ ਤਾਂ ਨਹੀਂ ਆਪਾਂ ਕਵਾਂਗੇ, ਮਿਥਹਾਸ ਕਵਾਂਗੇ, ਮਿਥ ਜੁੜੀ ਹੈ ਜੋ ਵੀ ਭਾਈ ਨੰਦ ਲਾਲ ਜੀ ਜਦੋਂ ਪ੍ਰਲੋਕ ਸੁਧਾਰਨ ਲੱਗੇ, ਪ੍ਰਲੋਕ ਗਮਨ ਕਰਨ ਲੱਗੇ, ਉਸ ਸਮੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਹਾਲਾਤਾਂ ਦਾ ਸੁਨੇਹਾ ਭੇਜਣ ਵਾਸਤੇ ਇਹ ਰਚਨਾ ਉਚਾਰੀ ਵੀ ਭਾਈ ਨੰਦ ਲਾਲ ਜੀ ਪ੍ਰਲੋਕ ਜਾ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਵੀ ਆ ਮੇਰਾ ਸੁਨੇਹਾ ਲੈ ਜਿਓ, ਜਾ ਕੇ ਕਹਿ ਦਿਓ ਮਿੱਤਰ ਪਿਆਰੇ ਨੂੰ ਵੀ ਆ ਮਰੀਦਾਂ ਦਾ ਹਾਲ ਜੇ ਥੱਲੇ, ਉਹਨਾਂ ਪਿੱਛੋਂ ਤੁਧ ਬਿਨ ਰੋਗ ਰਜਾਈਆਂ ਦਾ ਓੜਨ, ਨਾਗ ਨਿਵਾਸਾਂ ਦੇ ਰਹਿਣਾ, ਵੀ ਤੇਰੇ ਤੋਂ ਬਿਨਾ ਮੇਰਾ ਰਜਾਈਆਂ ਦਾ ਓੜਨਾ ਰੋਗ ਬਣ ਗਿਆ ਏ ਤੇ ਇਸ ਨਿਵਾਸ ਸਥਾਨ ਤੇ ਰਹਿਣਾ ਇਵੇਂ ਹੈ ਜਿਵੇਂ ਨਾਗਾਂ ਦੇ ਨਾਲ ਰਹਿਣਾ ਪੈ ਰਿਹਾ ਹੋਵੇ ਮੈਨੂੰ। ਉਹ ਨਿਵਾਸ ਸਥਾਨ ਭਾਵੇਂ ਧਰਤੀ ਹੈ ਭਾਵੇਂ ਘਰ ਹੈ, ਵੀ ਇੱਥੋਂ ਦੇ ਸੁੱਖ ਜੋ ਹੈ ਮੇਰੇ ਵਾਸਤੇ ਜ਼ਹਿਰ ਦੇ ਬਰਾਬਰ ਨੇ। ਇਹ ਇੱਕ ਸੁਨੇਹਾ, ਬੜਾ ਦੁਖਦਾਇਕ ਸੁਨੇਹਾ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੂੰਹੋਂ ਕਢਾਇਆ ਜਾ ਰਿਹਾ ਹੈ ਤੇ ਪਹੁੰਚਾਇਆ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ, ਜੋ ਪਹਿਲਾਂ ਹੀ ਸ਼ਹਾਦਤ ਦੇ ਚੁੱਕੇ ਨੇ ਤੇ ਉੱਥੇ ਪਹੁੰਚ ਰਹੇ ਨੇ ਭਾਈ ਨੰਦ ਲਾਲ ਜੀ। ਜਿਵੇਂ ਲਿਖਣ ਵਾਲੇ ਨੇ ਉੱਤੇ ਕਮਰੇ ਜਾਂ ਬੜਾ ਵੱਡਾ ਪ੍ਰਬੰਧ ਜਿਵੇਂ ਹਿੰਦੂ ਮਿਥਿਹਾਸ ਨੇ ਕੀਤਾ ਵੀ ਉਤਲੇ ਬੰਨੇ ਬੜੀ ਵੱਡੀ ਪੁਰੀ ਬਣਾਈ ਹੈ, ਬੜਾ ਵੱਡਾ ਕੋਈ ਸੱਚਖੰਡ ਸਵਰਗ ਬਣਿਆ ਵਾ ਜਿਹਦੇ ਵਿੱਚ ਸਭ ਬੈਠੇ ਆਪਸ ਦੇ ਵਿੱਚ ਥੱਲੇ ਬੈਠੇ ਇਹਨਾਂ ਹਾਲਾਤਾਂ ਤੋਂ ਅਣਜਾਣ ਨੇ ਵੀ ਕੀ ਚੱਲ ਰਿਹਾ ਏ, ਤੇ ਉੱਥੇ ਭਾਈ ਨੰਦ ਲਾਲ ਜੀ ਮੇਰਾ ਸੁਨੇਹਾ ਲੈ ਜਿਓ। ਮਤਲਬ ਗੁਰੂ ਨੂੰ ਇਸ ਦਸ਼ਾ 'ਚ ਖੜਾ ਕਰ ਦਿੱਤਾ ਗਿਆ ਵੀ ਭਾਈ ਨੰਦ ਲਾਲ ਜੀ ਤੁਸੀਂ ਪ੍ਰਲੋਕ ਸੁਧਾਰਨ ਲੱਗੇ ਜੇ, ਆ ਮੇਰਾ ਸੁਨੇਹਾ ਲੈ ਜਿਓ, ਜੋ ਕਿ ਜਰਾਸਰ ਗਲਤ ਹੈ। ਇਹ ਗੱਲ ਸੱਚ ਦੀ ਦਲੀਲ ਤੇ ਖਰੀ ਨਹੀਂ ਉਤਰਦੀ। ਅਗਲਾ ਇੱਕ ਹੋਰ ਟੁੱਚਰ ਜਾਂ ਇੱਕ ਹੋਰ ਤਰ੍ਹਾਂ ਮਿਥਿਹਾਸ ਜੋ ਇਹਦੇ ਵਿੱਚੋਂ ਸਾਨੂੰ ਮਿਲਦਾ ਹੈ, ਜੋ ਤੁਸੀਂ ਉਹ 4 ਸਾਹਿਬਜ਼ਾਦੇ ਵਾਲੀ ਫਿਲਮ 'ਚ ਵੀ ਦੇਖਿਆ ਹੋਏਗਾ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਸਾਹਿਬਾਨ ਚਮਕੌਰ ਦੀ ਗੜ੍ਹੀਓਂ ਨਿਕਲ ਕੇ ਮਾਸ਼ੀਵਾੜੀ ਦੇ ਜੰਗਲਾਂ ਦੇ ਵਿੱਚ ਗਏ, ਉੱਥੇ ਭੁੰਜੇ 'ਚ ਆ ਕੇ ਸੁੱਤੇ, ਭੁੰਜੇ ਸੁੱਤੇ, ਕੰਡੇ ਵੀ ਵੱਜੇ ਪੈਰਾਂ ਦੇ ਵਿੱਚ, ਤੇ ਉਹ ਕੰਡੇ ਵੱਜੇ ਨੇ, ਪਾਣੀ 'ਚ ਪੈਰ ਲਮਕਾ ਕੇ ਬੈਠ ਕੇ, ਤੇ ਉੱਥੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਗੀਤ ਆ ਜਾਂਦਾ। ਉਹ ਸੀਨ ਆਪਣੇ ਸਾਹਮਣੇ ਲਿਆਓ ਤੇ ਵੇਖੋ ਗੁਰੂ ਦੀ ਦਸ਼ਾ, ਕਿੱਡੇ ਪਰੇਸ਼ਾਨ ਹੋ ਗਏ ਗੁਰੂ ਸਾਹਿਬਾਨ। ਕੀ ਇਹ ਪਰੇਸ਼ਾਨੀ ਦਾ ਕਾਰਨ ਬਣ ਗਏ? ਕੀ ਇਹ ਸ਼ਹਾਦਤ ਸਾਹਿਬਜ਼ਾਦਿਆਂ ਦੀ ਪਛਤਾਤਾਪ ਦੇ ਵਿੱਚ ਬਦਲ ਗਈ? ਇੱਕ ਤੇ ਗੁਰੂ ਉਹ ਸੀ ਜਿਹਨੂੰ ਤੁਸੀਂ ਕਹਿੰਦੇ ਜੇ ਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ ਚਾਰ ਮੂਵੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੁਹਾਡੀ ਆਪਣੀ ਸਟੇਟਮੈਂਟ ਇਹ ਸੀ। ਉਸੇ ਗੁਰੂ ਤੋਂ ਇੱਕ ਖਿਆਲ ਕਢਵਾ ਦਿੱਤਾ। ਕੀ ਸਿੱਧ ਕਰਨਾ ਚਾਹੁੰਦੇ ਸੀ ਜਦੋਂ ਗੁਰੂ ਤੋਂ ਤੁਸੀਂ ਇਹ ਖਿਆਲ ਕਢਵਾ ਦਿੱਤਾ ਵੀ ਤੁਧ ਬਿਨ ਰੋਗ ਰਜਾਈਆਂ ਦਾ ਓੜਨ, ਨਾਗ ਨਿਵਾਸਾਂ ਦੇ ਰਹਿਣਾ, ਜਾਰੜੇ ਦਾ ਸਾਨੂੰ 70 ਚੰਗਾ ਭੱਠ ਖੇੜਿਆਂ ਦਾ ਰਹਿਣਾ। ਤੁਹਾਡੀ ਉਦੋਂ ਮਾਨਸਿਕ ਦਸ਼ਾ
ਜਦੋਂ ਤੁਸੀਂ ਇਹਨੂੰ ਸਟੇਜਾਂ ਤੇ ਪੜ੍ਹਦੇ ਜੇ, ਗਾਉਂਦੇ ਜੇ, ਕੀ ਤੁਹਾਨੂੰ ਤੁਹਾਡੀ ਜ਼ਮੀਰ ਅਲਾਉ ਕਰਦੀ ਹੈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਐਸੀ ਅਵਸਥਾ 'ਚ ਚਲੇ ਗਏ ਹੋਣਗੇ ਜਦੋਂ ਮਿੱਤਰ ਨੂੰ ਐਸਾ ਸੁਨੇਹਾ ਭੇਜ ਰਹੇ ਹੋਣਗੇ ਵੀ ਮੈਂ ਇੱਥੇ ਤੇਰੇ ਤੋਂ ਬਿਨਾਂ ਕੰਮ ਖਤਮ ਹੋ ਗਿਆ? ਉਹ ਵੀ ਉਦੋਂ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੋਊਗੀ ਤੇ ਗੁਰੂ ਨੇ ਜਕਾਰਾ ਲਾਇਆ ਹੋਏਗਾ। ਜਕਾਰਾ ਚੜ੍ਹਦੀ ਕਲਾ ਦਾ ਪ੍ਰਤੀਕ ਸੀ। ਜਦੋਂ ਗੁਰੂ ਨੇ ਲਾ ਕੇ ਦੱਸਿਆ ਵੀ ਮੈਂ ਚੜ੍ਹਦੀ ਕਲਾ 'ਚ, ਫਿਰ ਉਸੇ ਗੁਰੂ ਨੂੰ ਮਾਸ਼ੀਵਾੜੀ ਦੇ ਜੰਗਲਾਂ 'ਚ ਜਾ ਕੇ ਇਸ ਸ਼ਬਦ ਦੇ ਉੱਤੇ ਅਸੀਂ ਫਿਲਮਾ ਦਿੱਤਾ। ਕੀ ਸਿੱਧ ਕਰਨਾ ਚਾਹੁੰਦੇ ਅਸੀਂ ਕਿ ਗੁਰੂ ਟੁੱਟ ਚੁੱਕਾ ਸੀ, ਹਾਲਾਤਾਂ ਨੂੰ ਸਹਿਣ ਨਹੀਂ ਕਰ ਪਾਇਆ ਜਿਹੜੇ ਹਾਲਾਤ ਗੁਰੂ ਦੇ ਸਾਹਮਣੇ ਸਨ। ਕਿੰਨਾ ਨਾਗਾਂ ਦੇ ਨਾਲ ਨਿਵਾਸ ਕਰਨ ਦੀ ਕਵਿਤਾ ਦੇ ਵਿੱਚ ਜੋ ਇਸ਼ਾਰਾ ਕੀਤਾ ਜਾ ਰਿਹਾ ਹੈ, ਇਹ ਨਾਗਾਂ ਦਾ ਨਿਵਾਸ ਹੈ ਵੀ ਇਸ ਧਰਤੀ ਤੇ ਰਹਿਣਾ, ਇਸ ਨਿਵਾਸ ਸਥਾਨ ਤੇ ਰਹਿਣਾ ਮੇਰੇ ਲਈ ਐਵੇਂ ਹੈ ਜਿਵੇਂ ਨਾਗਾਂ ਦਾ ਨਿਵਾਸ ਹੋਵੇ। ਕੀ ਤੁਹਾਨੂੰ ਉਹ ਗੁਰੂ ਦੇ, ਉਸੇ ਗੁਰੂ ਦੇ ਆਪਣੇ ਦੂਜੇ ਜਾਮੇ ਦੇ ਬਚਨ ਯਾਦ ਨਹੀਂ ਆਏ? ਮੈਂ ਇਹ ਸਵਾਲ ਮੇਰਾ ਰਾਗੀਆਂ ਗਾੜੀ ਹੈ। ਜੋ ਪੰਥ ਵਿਰੋਧੀ ਸ਼ਕਤੀਆਂ ਨੇ ਕਰਕੇ ਐਸਾ ਲਿਟਰੇਚਰ, ਐਸੀਆਂ ਰਚਨਾਵਾਂ ਸਾਡੇ ਅੰਦਰ ਪਾ ਦਿੱਤੀਆਂ, ਉਹ ਤੇ ਹੈ, ਉਹ ਤੇ ਚੈਲੰਜ ਹੈ। ਪਰ ਜਿਹੜੇ ਪੜ੍ਹਦੇ ਨੇ ਕਦੀ ਉਹਨਾਂ ਨੇ ਸੋਚਿਆ ਨਹੀਂ ਕਿ ਤੁਹਾਨੂੰ ਨਾਗ ਨਿਵਾਸਾਂ ਦੇ ਰਹਿਣਾ, ਇਹ ਤੁਕ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਉਸੇ ਗੁਰੂ ਦੇ ਦੂਸਰੇ ਜਾਮੇ ਦਾ ਉਹ ਬਚਨ ਯਾਦ ਨਹੀਂ ਆਇਆ ਜਦੋਂ ਗੁਰੂ ਇਹ ਐਲਾਨ ਕਰਕੇ ਕਹਿੰਦਾ ਸੀ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜੱਗ ਸੱਚੇ ਦੀ ਕੋਠੜੀ ਹੈ, ਸੱਚੇ ਦਾ ਇੱਥੇ ਵਾਸ ਹੈ ਇਸ ਜੱਗ 'ਚ। ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਇਹ ਨਾਗ, ਇਹ ਨਿਵਾਸ ਸਥਾਨ ਨਾਗਾਂ ਦੇ ਨਾਲ ਰਹਿਣਾ ਕਿਵੇਂ ਹੋ ਗਿਆ? ਸੱਚੇ ਦੀ ਕੋਠੜੀ ਕਿੱਥੇ ਚਲੇ ਗਈ? ਕੀ ਤੁਹਾਨੂੰ ਉਸੇ ਗੁਰੂ ਦੇ ਪਹਿਲੇ ਜਾਮੇ ਦਾ ਬਚਨ ਯਾਦ ਨਹੀਂ ਆਇਆ? ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪੈਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਨਾਗ ਨਿਵਾਸਾਂ ਦੇ ਰਹਿਣਾ ਕਿਵੇਂ ਨਾਗ ਨਿਵਾਸਾਂ ਦਾ ਰਹਿਣਾ ਹੋ ਗਿਆ? ਜੇ ਤੁਸੀਂ ਗੁਰੂ ਨੂੰ ਬਾਣੀ ਰਾਹੀਂ ਡਿਫਾਈਨ ਕੀਤਾ ਹੁੰਦਾ, ਉਹਦੀ ਬਾਣੀ ਰਾਹੀਂ ਐਸੀਆਂ ਕਹਾਵਤਾਂ ਕਹਾਣੀਆਂ ਪ੍ਰਚਲਿਤ ਕਰਕੇ ਵੀ ਭਾਈ ਨੰਦ ਲਾਲ ਰਾਹੀਂ ਸੁਨੇਹਾ ਭੇਜਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕਰ, ਜਾਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਮਾਸ਼ੀਵਾੜੇ ਦੇ ਜੰਗਲਾਂ 'ਚ ਜਾ ਕੇ ਗੁਰੂ ਨੇ ਖਿਆਲ ਪ੍ਰਗਟ ਕੀਤਾ। ਤੇ ਖਿਆਲ ਪ੍ਰਗਟ ਕੈਸਾ ਕੀਤਾ? ਜਿਹਦੇ ਵਿੱਚ ਇੱਕ ਪਛਚਾਤਾਪ ਝਲਕ ਰਿਹਾ, ਜਿਹਦੇ ਵਿੱਚ ਇਹ ਇੱਕ ਆਪਣੇ ਪਿਆਰੇ ਤਾਈਂ ਉਲਾਮਾ ਭੇਜਿਆ ਜਾ ਰਿਹਾ, ਜੁਦਾਈ ਦਾ ਉਲਾਮਾ। ਤੇਰੇ ਤੋਂ ਮੈਂ ਜੁਦਾ ਹੋ ਗਿਆ, ਤੇਰੇ ਤੋਂ ਬਿਨਾਂ ਇਦਾਂ ਨਹੀਂ ਹੋ ਸਕਦਾ। ਕਿ ਗੁਰੂ ਕਿਤੇ ਜੁਦਾ ਵੀ ਹੋਇਆ ਸੀ? ਕਿ ਗੁਰੂ ਉਸ ਅਕਾਲ ਪੁਰਖ ਤੋਂ ਜੁਦਾ ਵੀ ਹੋਇਆ ਸੀ? ਇਹ ਗੱਲ ਮੰਨ ਕੇ ਚੱਲਣੀ ਪਏਗੀ ਸਾਨੂੰ। ਤੁਧ ਬਿਨ, ਵੀ ਤੇਰੇ ਤੋਂ ਬਿਨਾਂ ਮੇਰੇ ਲਈ ਰੋਗ ਰਜਾਈਆਂ ਦਾ ਓੜਨ, ਰਜਾਈਆਂ ਦਾ ਓੜਨਾ, ਰਜਾਈਆਂ ਦਾ ਲੈਣਾ ਰੋਗ ਦੇ ਸਮਾਨ ਹੈ। ਇਹਦਾ ਮਤਲਬ ਹੈ ਵੀ ਗੁਰੂ ਉਸ ਅਕਾਲ ਪੁਰਖ ਤੋਂ ਬਿਨਾਂ ਰਜਾਈ ਲੈ ਚੁੱਕਾ, ਉਹਦੇ ਤੋਂ ਜੁਦਾ ਹੋ ਚੁੱਕਾ। ਕੀ ਗੁਰੂ ਜੁਦਾ ਹੋ ਗਿਆ ਸੀ? ਇਹ ਮੰਨ ਲਾਂਗੇ ਅਸੀਂ? ਇਹ ਮੇਰੇ ਕੁਝ ਕੁ ਸਵਾਲ ਨੇ, ਮੈਂ ਜਿਹੜੀ ਰਚਨਾ ਦਾ ਡਿਸਕ੍ਰਿਪਸ਼ਨ ਹੈ ਉਹਦੇ ਦੇਣ ਤੋਂ ਪਹਿਲਾਂ ਤੁਹਾਡੇ ਗਾੜੀ ਰੱਖਦੇ ਨੇ। ਆਓ ਸਭ ਤੋਂ ਪਹਿਲਾਂ ਤੇ ਰਚਨਾ ਨੂੰ ਦੇਖ ਲਈਏ, ਉਹਦੇ ਅਰਥ ਦੇਖ ਲਈਏ। ਸ਼ੁਰੂ ਹੁੰਦੀ ਹੈ ਖਿਆਲ ਤੋਂ। ਪਾਤਸ਼ਾਹੀ ਦਾਸ ਖਿਆਲ ਕੀ ਹੈ ਜੀ? ਇਹ ਟੋਟਲ 10 ਰਚਨਾਵਾਂ ਜਿਹੜੀਆਂ ਨੇ, ਜਿਨ੍ਹਾਂ ਦੇ ਵਿੱਚੋਂ 9 6 ਰਾਗਾਂ 'ਚ, ਤੇ ਇਹਦੇ ਤੇ ਟਾਈਟਲ ਖਿਆਲ ਲਿਖਿਆ। ਕੀ ਹੈ ਖਿਆਲ? ਖਿਆਲ ਕੋਈ ਰਾਗ ਹੈ? ਜੇ ਕੋਈ ਰਾਗੀ ਸੁਣਦਾ ਹੋਵੇ, ਪੜ੍ਹਨ ਵਾਲਾ, ਉਹ ਮੈਨੂੰ ਦੱਸ ਦਵੇ ਵੀ ਖਿਆਲ ਕਿਹੜਾ ਰਾਗ ਹੈ, ਖਿਆਲ ਕਿਹੜੀ ਧੁਨੀ ਹੈ। ਧੁਨੀਆਂ ਵੀ ਵਰਤੀਆਂ ਗਈਆਂ, ਰਾਗ ਵੀ ਵਰਤੇ ਗਏ, ਮਿਸ਼ਰਤ ਰਾਗ ਵੀ ਵਰਤੇ ਗਏ। ਇਹ ਕਿਹੜਾ ਰਾਗ ਹੈ ਖਿਆਲ? ਕੋਈ ਰਾਗ ਨਹੀਂ। ਖਿਆਲ ਨੂੰ ਸਮਝਣਾ ਹੋਵੇ ਤੇ ਆਪਾਂ ਇਹਨੂੰ ਬੜਾ ਸਿੱਧਾ ਜਿਹਾ ਸਮਝ ਸਕਦੇ ਹਾਂ। ਖਿਆਲ ਤੋਂ ਭਾਵ ਧਿਆਨ ਵੀ ਹੁੰਦਾ ਹੈ। ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਵੀ ਖਿਆਲ ਨਾਲ ਕੰਮ ਕਰੀ ਭਾਈ, ਧਿਆਨ ਨਾਲ ਕੰਮ ਕਰੀ, ਕਹਿਣ ਤੋਂ ਭਾਵ ਧਿਆਨ ਨਾਲ ਕੰਮ ਕਰੀ। ਖਿਆਲ ਤੋਂ ਭਾਵ ਵਿਚਾਰ ਵੀ ਹੁੰਦਾ ਹੈ ਵੀ ਮੈਨੂੰ ਖਿਆਲ ਆਇਆ, ਮੇਰਾ ਖਿਆਲ ਇਸ ਰਿਸ਼ਤੇ ਬਾਰੇ ਆਏ ਵੀ ਇਹ ਰਿਸ਼ਤਾ ਮੈਂ ਕਰਨਾ ਚਾਹੁੰਦਾ ਐਸ ਖਿਆਲ ਤਹਿਤ, ਐਸ ਵਿਚਾਰ ਤਹਿਤ। ਖਿਆਲ ਤੋਂ ਭਾਵ ਨੁਕਤਾ ਵੀ ਹੁੰਦਾ ਹੈ ਵੀ ਮੇਰੇ ਅੰਦਰ ਬੜਾ ਵਧੀਆ ਖਿਆਲ ਆਇਆ, ਮੇਰੇ ਅੰਦਰ ਮਤਲਬ ਆਈਡੀਆ। ਖਿਆਲ ਤੋਂ ਭਾਵ ਅੰਦਾਜ਼ਾ ਹੁੰਦਾ ਹੈ ਵੀ ਮੇਰੇ ਖਿਆਲ ਅਨੁਸਾਰ ਐਦਾਂ ਨਹੀਂ, ਐਦਾਂ ਹੋ ਜਾਣਾ ਚਾਹੀਦਾ, ਮੇਰੇ ਖਿਆਲ ਅਨੁਸਾਰ ਆਹ ਗੱਲ ਸਹੀ ਸੀ, ਅੰਦਾਜ਼ੇ ਮੁਤਾਬਕ। ਅਨਸਰਟੈਨਿਟੀ, ਅਨਿਸ਼ਚਿਤਤਾ, ਅੰਦਾਜ਼ਾ। ਖਿਆਲ ਪਾਤਸ਼ਾਹੀ 10ਵੀਂ। ਕੀ ਗੁਰੂ ਕੋਈ ਵੀ ਰਚਨਾ ਅਨਸਰਟੈਨਿਟੀ ਦੇ ਆਧਾਰ ਤੇ, ਆਈਡੀਆ ਦੇ ਆਧਾਰ ਤੇ ਰਚ ਰਿਹਾ ਹੈ? ਕਿ ਅਨਸਰਟੈਨਿਟੀ ਖਿਆਲ ਉਸ ਲੜੀ ਦਾ, ਜਿਹੜੀ ਜਿਸ ਲੜੀ ਦੇ ਵਿੱਚ ਇਹ ਰਚਨਾ ਪਈ ਹੈ, ਉਸ ਰਾਗਾਂ ਵਾਲੀ ਲੜੀ ਦਾ ਜਿਹਦੇ ਟਾਈਟਲ ਰਾਗ ਸਨ, ਇਹ ਕਿਵੇਂ ਉਹਦਾ ਹਿੱਸਾ ਹੋ ਗਈ? ਉਹਨਾਂ ਬਾਰੇ ਤਾਂ ਬਾਅਦ ਚ ਗੱਲ ਕਰਦੇ, ਪਰ ਇਹ ਕਿਵੇਂ ਹਿੱਸਾ ਹੋ ਗਈ ਉਹਨਾਂ ਦਾ? ਕਹਿਣ ਤੋਂ ਭਾਵ ਇਹ 10 ਦੇ 10
ਰਾਗਾਂ ਦੇ ਨਾਮ ਹੇਠ ਤੇ ਇੱਕ ਹੀ ਖਿਆਲ ਹੇਠ ਇਹ ਇੰਜੈਕਟ ਕੀਤੇ ਗਏ ਕੇਵਲ ਸਿੱਖ ਸਾਹਿਤ ਨੂੰ, ਖਾਸ ਕਰਕੇ ਮਿੱਤਰ ਪਿਆਰੇ ਵਾਲਾ ਸਿੱਖ ਸਾਹਿਤ ਨੂੰ ਡੈਮੇਜ ਕਰਨ ਵਾਸਤੇ। ਹੁਣ ਆਪਾਂ ਅੱਗੇ ਵਧਦੇ ਹਾਂ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਟਾਈਟਲ ਆਪਾਂ ਦੇਖ ਲਿਆ, ਖਿਆਲ ਪਾਤਸ਼ਾਹੀ 10। ਪਾਤਸ਼ਾਹੀ 10 ਇਹ ਉਸੇ ਜੋ ਗੁਰੂ ਦਾ ਵਿਧਾਨ ਸੀ, ਜੋ ਆਪਣੇ ਪਹਿਲੇ ਜਾਮੇ ਦੇ ਵਿੱਚ ਲਾਗੂ ਕੀਤਾ, ਮਹਿਲ ਵਾਲਾ, ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਮਹਿਲਾ ਪੰਜਵਾਂ, ਮਹਿਲਾ ਨੌਵਾਂ। ਉਸ ਮਹਿਲ ਦੇ ਉਸ ਵਿਧਾਨ ਨੂੰ, ਹਾਲਾਂਕਿ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਾਣੀ ਉਚਾਰੀ ਤੇ 9ਵੇਂ ਮਹਿਲ ਹੇਠ ਉਚਾਰੀ ਹੈ। ਉਸ ਵਿਧਾਨ ਨੂੰ ਪਾਤਸ਼ਾਹੀ 10 ਲਿਖ ਕੇ ਖੰਡਨ ਕਰਵਾ ਦਿੱਤਾ। ਮਹਿਲ ਦਾ ਸਿਧਾਂਤ ਵੀ ਖੰਡਨ ਹੋ ਗਿਆ। ਖਿਆਲ ਪਾਤਸ਼ਾਹੀ 10। ਅੱਗੇ ਆ ਜਾਓ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਮੁਰੀਦਾਂ ਕਈ ਜਗ੍ਹਾ ਤੇ ਫਕੀਰਾਂ ਵੀ ਮਿਲਦਾ ਹੈ। ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ। ਹੁਣ ਧਿਆਨ ਨਾਲ ਸੋਚੋ ਜਰਾ, ਜੇ ਲਿਖਾਰੀ ਗੁਰੂ ਗੋਬਿੰਦ ਸਿੰਘ ਹੋਣ ਤੇ ਉਹ ਇਸ ਕਪੈਸਿਟੀ ਵਿੱਚ ਨਾ ਹੋਣ ਕਿ ਆਪਣਾ ਹਾਲ ਸਿੱਧਾ ਅਕਾਲ ਪੁਰਖ ਤੱਕ ਭੇਜ ਸਕਣ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਤਲਬ ਮੈਸੇਜ ਦੀ ਡਿਲੀਵਰੀ ਕਰਵਾਈ ਜਾ ਰਹੀ ਹੈ। ਤੇ ਰਚਨਾ ਕਿਹਦੀ ਹੈ ਜੀ? ਜਿਹੜਾ ਸਿੱਧਾ ਅਕਾਲ ਪੁਰਖ ਨਾਲ ਗੱਲ ਕਰ ਸਕਦਾ, ਜਿਹੜਾ ਸਿੱਧਾ ਕੁਦਰਤ ਦੇ ਵਿੱਚ ਅਭੇਦ ਹੈ, ਕਾਦਰ ਦੇ ਵਿੱਚ ਅਭੇਦ ਹੈ, ਜਿਹਨੂੰ ਪ੍ਰਤੱਖ ਹਿਰਦੇ ਗੁਰੇ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ, ਜਿਹਨੂੰ ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ। ਉਹ ਜਿਹੜਾ ਆਪ ਨਰਾਇਣ ਰੂਪ, ਹਰੀ ਦਾ ਰੂਪ, ਉਹ ਕਿਸੇ ਰਾਹੀਂ ਮੈਸੇਜ ਪਹੁੰਚਾ ਰਿਹਾ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਵੀ ਕਹਿਓ ਜਾ ਕੇ ਭਾਈ, ਤੁਸੀਂ ਕਹਿ ਦਿਓ ਜਾ ਕੇ। ਕਿਉਂ? ਕਿਉਂਕਿ ਮੈਂ ਅਨਏਬਲ ਹਾਂ, ਮੈਂ ਅਯੋਗ ਹਾਂ, ਇਹ ਮੈਸੇਜ ਮੈਂ ਖੁਦ ਨਹੀਂ ਪਹੁੰਚਾ ਸਕਦਾ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਇੱਕ ਬੰਨੇ ਮੈਸੇਜ ਘਵਾਇਆ ਜਾ ਰਿਹਾ ਮਿੱਤਰ ਪਿਆਰੇ ਨੂੰ, ਦੂਜੇ ਬੰਨੇ ਉਸੇ ਗੁਰੂ ਦੀ ਬਾਣੀ, ਉਸੇ ਗੁਰੂ ਆਪਣੇ ਪਹਿਲੇ ਜਾਮਿਆਂ ਦੇ ਵਿੱਚ ਕਹਿ ਰਿਹਾ, ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਤੇ ਨਾਲ ਹੀ ਦਲਾਲ ਫਿੱਟ ਕੀਤਾ ਜਾ ਰਿਹਾ, ਏਜੰਟ ਫਿੱਟ ਕੀਤਾ ਜਾ ਰਿਹਾ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਕਿਉਂ ਮੇਰੇ ਰਾਗੀਆਂ ਢਾਡੀਆਂ ਨੂੰ ਜੋ ਇਹ ਰਚਨਾ ਨੂੰ ਬੜਾ ਹੁੱਬ ਕੇ ਪੜ੍ਹਦੇ ਨੇ, ਉਹਨਾਂ ਨੂੰ ਬਚਨ ਯਾਦ ਨਹੀਂ ਆਉਂਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ, ਜਿਹਦੇ ਵਿੱਚ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਕਬੀਰ ਵਰਗੇ ਹੋਕਾ ਦੇ ਕੇ ਕਹਿਣ ਡਏ ਨੇ। ਉਹ ਕਹਿੰਦੇ ਨੇ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਤੇ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮੈਸੇਜ ਡਿਲੀਵਰ ਕਰਵਾ ਰਹੇ ਜੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਵੀ ਜਾ ਕੇ ਮਿੱਤਰ ਪਿਆਰੇ ਨੂੰ ਮੇਰਾ ਹਾਲ ਕਹਿ ਦਈ। ਇਹ ਮੈਸੇਜ ਭੇਜਿਆ ਜਾ ਰਿਹਾ ਹੈ ਕਿਸੇ ਸੈਕੰਡ ਪਰਸਨ ਦੇ ਰਾਹੀਂ। ਜਿਵੇਂ ਪੋਸਟ ਆਉਂਦੀ ਹੈ, ਇੱਕ ਸੈਕੰਡ ਪਰਸਨ ਇਨਵੋਲਵ ਹੁੰਦਾ ਹੈ, ਤੇ ਉਹ ਇੱਕ ਘਰ ਦੀ ਪੋਸਟ, ਇੱਕ ਕੰਟੈਕਟ ਦੀ ਪੋਸਟ ਦੂਜੇ ਕੰਟੈਕਟ ਤੱਕ ਲੈ ਕੇ ਜਾਂਦਾ ਹੈ। ਕੀ ਚੱਲ ਰਿਹਾ ਹੈ? ਕੀ ਅਸੀਂ ਕੁਝ ਪੜ੍ਹਨ ਲੱਗੇ ਹਾਂ? ਸਾਡੇ ਰਾਗੀ ਸੋਚਦੇ ਨਹੀਂ? ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂ ਰੇ। ਮੈਂ ਤੇ ਬੀਠਲ ਸਾਹਮਣੇ ਵੇਖਿਆ, ਆ ਮੂਰਖਾ ਤੈਨੂੰ ਸਮਝਾਵਾਂ, ਤੈਨੂੰ ਦੱਸਾਂ ਅਸਲ ਰੱਬ ਨੂੰ ਡਿਫਾਈਨ ਕਿਵੇਂ ਕਰੀਦਾ। ਆਜ ਨਾਮੇ ਬੀਠਲ ਦੇਖਿਆ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਸੋਚੀਏ ਕਿਹੜੀ ਰਚਨਾ ਬਾਹਰੋਂ ਪੜ੍ਹ ਰਹੇ ਆ, ਕਿ ਉਹ ਗੁਰਬਾਣੀ ਦੇ ਅਨੁਕੂਲ ਹੈ ਕਿ ਨਹੀਂ ਹੈ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓੜਨ, ਨਾਗ ਨਿਵਾਸਾਂ ਦੇ ਰਹਿਣਾ। ਇਹ ਹਾਲ ਹੈ। ਕਿਹੜਾ ਹਾਲ ਕਹਿਣਾ ਜਾ ਕੇ? ਕਿ ਤੁਧ ਬਿਨ ਰੋਗ ਰਜਾਈਆਂ ਦਾ ਓੜਨ, ਨਾਗ ਨਿਵਾਸਾਂ ਦੇ ਰਹਿਣਾ। ਹੁਣ ਤੇਰੇ ਤੋਂ ਬਿਨਾਂ ਰਜਾਈਆਂ ਦਾ ਓੜਨਾ ਇਹ ਮੇਰੇ ਲਈ ਰੋਗ ਹੈ। ਤੇਰੇ ਤੋਂ ਬਿਨਾਂ ਇਸ ਨਿਵਾਸ ਸਥਾਨ ਤੇ ਰਹਿਣਾ ਐਂ ਰਹਿਣਾ ਹੈ ਜਿਵੇਂ ਕਿਸੇ ਨਾਗ ਦੇ ਨਾਲ ਉਹਦੀ ਖੁੱਡ 'ਚ ਵੜ ਕੇ ਰਹਿਣਾ ਪੈਂਦਾ ਹੋਵੇ, ਜਿੱਥੇ ਹਮੇਸ਼ਾ ਡੰਗ ਵੱਜਣ ਦਾ, ਜਿੱਥੇ ਹਮੇਸ਼ਾ ਸੱਪ ਦੀ ਗੁੱਛੀ ਵੱਜਣ ਦਾ, ਜਿੱਥੇ ਹਮੇਸ਼ਾ ਕੱਖ ਲੱਗਣ ਦਾ ਡਰ ਰਹਿੰਦਾ ਹੋਵੇ। ਤੁਧ ਬਿਨ ਰੋਗ ਰਜਾਈਆਂ ਦਾ ਓੜਨ, ਨਾਗ ਨਿਵਾਸਾਂ ਤੇ ਰਹਿਣਾ। ਰਜਾਈਆਂ ਦਾ ਓੜਨਾ ਰੋਗ ਕਦੋਂ ਬਣਦਾ ਹੈ? ਸਭ ਤੋਂ ਪਹਿਲਾਂ ਵੇਖੀਏ, ਇਹ ਕਿਸੇ ਸੁਖੀ ਬੰਦੇ ਦੀ ਨਿਕਲੀ ਹੋਈ ਰਜੋਈ ਹੈ, ਜੋ ਸੁੱਖਾਂ ਦੇ ਵਿੱਚ ਤੇ ਹੈ ਪਰ ਉਹ ਸੁੱਖਾਂ ਨੂੰ ਰਿਜੈਕਟ ਕਰ ਰਿਹਾ। ਤੁਧ ਬਿਨ ਰੋਗ ਰਜਾਈਆਂ ਦਾ ਓੜਨ, ਨਾਗ ਨਿਵਾਸਾਂ ਦੇ ਰਹਿਣਾ। ਵੀ ਤੇਰੇ ਤੋਂ ਬਿਨਾਂ ਰਜਾਈਆਂ ਦਾ ਓੜਨਾ ਮੇਰੇ ਲਈ ਰੋਗ ਹੈ। ਤੇਰੇ ਤੋਂ ਬਿਨਾਂ ਹੇ ਯਾਰ, ਤੇਰੇ ਤੋਂ ਬਿਨਾਂ ਇੱਥੇ ਰਹਿਣਾ ਐ ਰਹਿਣਾ ਜਿਵੇਂ ਨਾਗਾਂ ਦੇ ਨਾਲ ਰਹਿਣਾ ਹੋਵੇ। ਇਹ ਰਜੋਈ ਜ਼ਰੂਰ ਹੈ
ਪਰ ਉਸ ਦੀ ਰਜੋਈ ਹੈ ਜਿਹੜਾ ਪਹਿਲਾਂ ਰਜਾਈਆਂ ਓੜਨ ਦਾ ਸੁੱਖ ਮਾਨ ਰਿਹਾ ਹੈ, ਜਿਹੜਾ ਬੜੀ ਸੋਹਣੀ ਨਿਵਾਸ ਸਥਾਨ ਤੇ ਬੈਠਾ ਹੈ ਤੇ ਉਹਨੂੰ ਨਾਗਾਂ ਦਾ ਨਿਵਾਸ ਦਰਸਾ ਰਿਹਾ ਹੈ। ਕਿਉਂਕਿ ਉਹ ਆਪਣੇ ਮਿੱਤਰ ਨਾਲੋਂ ਵਿਛੜ ਚੁੱਕਾ ਹੈ। ਹੁਣ ਆਪਾਂ ਇਹ ਰਚਨਾ ਦੇ ਵਿੱਚ ਇਹ ਸਸਪੈਂਸ ਲੱਭਣਾ ਵੀ ਉਹ ਮਿੱਤਰ ਹੈ ਕੌਣ ਤੇ ਰਜੋਈ ਕਰਨ ਵਾਲਾ ਕੌਣ ਆ। ਇਸ ਰਚਨਾ ਨੇ ਅੱਗੇ ਜਾ ਕੇ ਆਪਣੇ ਆਪ ਹੀ ਇਹ ਗੱਲ ਖੋਲ ਦੇਣੀ ਆ ਵੀ ਉਹ ਕੌਣ ਹੈ ਮਿੱਤਰ ਜਿਹੜਾ ਇਹ ਰਜੋਈਆਂ ਕਰ ਰਿਹਾ ਵੀ ਤੁਧ ਬਿਨ ਰੋਗ ਰਜਾਈਆਂ ਦਾ ਓੜਨ ਨਾਗ ਨਿਵਾਸਾਂ ਦੇ ਰਹਿਣਾ। ਗੁਰਮਤ ਸਿਧਾਂਤ ਕੀ ਹੈ? ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਵੇਂ ਦਰ ਕੱਪੜੇ ਪਹਿਰੇ ਜਾਏ ਮਨੁੱਖ। ਗੁਰਮਤ ਦਾ ਸਿਧਾਂਤ ਦ੍ਰਿੜ ਕਰਵਾਉਣ ਵਾਲਾ ਗੁਰੂ ਉਹ ਇਹ ਕਹਿੰਦਾ ਹੋਵੇ ਵੀ ਮੈਂ ਬੜਾ ਦੁਖੀ ਹਾਂ, ਤੇਰੇ ਤੋਂ ਬਿਨਾਂ ਇੱਥੇ ਰਜਾਈਆਂ ਦਾ ਓੜਨਾ ਮੇਰੇ ਲਈ ਰੋਗ ਬਣ ਗਿਆ, ਤੇਰੇ ਤੋਂ ਬਿਨਾਂ ਮੈਂ ਬਹੁਤ ਦੁਖੀ ਹਾਂ। ਉਹ ਗੁਰੂ ਕਹਿੰਦਾ ਹੋਵੇ ਜਿਹੜਾ ਇਹ ਵੀ ਮੰਨ ਚੁੱਕਾ ਹੋਵੇ ਮੈਂ ਹੁਣ ਤੇਰੇ ਤੋਂ ਬਿਨਾਂ ਹੋ ਗਿਆ ਤੇ ਤੇਰੇ ਤੋਂ ਬਿਨਾਂ ਮੇਰਾ ਹੁਣ ਨਾਗ ਨਿਵਾਸਾਂ ਦਾ ਰਹਿਣਾ ਹੋ ਗਿਆ, ਵੀ ਇਸ ਨਿਵਾਸ ਸਥਾਨ ਤੇ ਰਹਿਣਾ ਇਉਂ ਹੋ ਗਿਆ ਜਿਵੇਂ ਨਾਗਾਂ ਨਾਲ ਮੇਰਾ ਨਿਵਾਸ ਹੋਵੇ। ਕਿ ਧਰਤੀ ਨੂੰ ਧਰਮਸ਼ਾਲ ਕਹਿਣ ਵਾਲਾ ਗੁਰੂ, ਕਿ ਇਸ ਜੱਗ ਸੱਚੇ ਕੀ ਕੋਠੜੀ ਕਹਿਣ ਵਾਲਾ ਗੁਰੂ ਐਸੀ ਕੰਪਲੇਂਟ ਕਰ ਸਕਦਾ ਹੈ? ਐਸੀ ਕੰਪਲੇਂਟ ਉਪਜ ਸਕਦੀ ਹੈ? ਸੋਚ ਕੇ ਵੇਖੀਏ। ਜੋ ਹਮੇਸ਼ਾ ਤੇਰਾ ਕੀਆ ਮਿੱਠਾ ਲਾਗੇ ਦੀ ਆਵਾਜ਼ ਦਿੰਦਾ ਹੋਵੇ, ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੈ, ਐਸੀ ਕੰਪਲੇਂਟ ਦੀ ਆਸ ਕੀਤੀ ਜਾ ਸਕਦੀ ਹੈ? ਨਾਗ ਨਿਵਾਸਾਂ ਦਾ ਰਹਿਣਾ। ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਲਓ ਹੁਣ ਜਿਸ ਸਸਪੈਂਸ ਦੀ ਗੱਲ ਮੈਂ ਕੀਤੀ ਸੀ ਵੀ ਇਹ ਰਚਨਾ ਨੇ ਆਪ ਹੀ ਖੋਲ ਦੇਣਾ ਆਪਣੇ ਆਪ ਨੂੰ ਵੀ ਮੈਂ ਕੌਣ ਆ, ਮੈਨੂੰ ਲਿਖਣ ਵਾਲਾ ਕੌਣ ਆ ਤੇ ਮੈਂ ਸੰਬੰਧਤ ਕਿਹਦੇ ਆ। ਇਹਨਾਂ ਦੋ ਤੁਕਾਂ ਦੇ ਵਿੱਚੋਂ ਮਸਲਾ ਸਪਸ਼ਟ ਹੋ ਜਾਣਾ ਜੀ। ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਸਭ ਤੋਂ ਪਹਿਲਾਂ ਤੇ ਸਰਾਹੀ ਸ਼ਬਦ ਜਿਹੜਾ ਵਾ ਇਹਦੇ ਅਰਥ ਸਮਝੋ। ਸਰਾਹੀ ਕੀ ਹੁੰਦੀ ਹੈ? ਸਰਾਹੀ ਕਹਿੰਦੇ ਨੇ ਸ਼ਰਾਬ ਧਾਰਨ ਕਰਨ ਵਾਲੀ ਧਾਤ ਜਾਂ ਕੱਚ ਦੀ ਝਾਰੀ ਜਿਸ ਵਿੱਚ ਸ਼ਰਾਬ ਰੱਖੀ ਦੀ ਹੈ। ਮਾਨਕੋਸ਼ ਦੇ ਅਰਥ ਨੇ ਮੈਂ ਨਹੀਂ ਕੀਤੇ। ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ ਸ਼ਰਾਬ ਰੱਖਣ ਵਾਲਾ ਉਹ ਬਰਤਨ ਜੋ ਕੱਚ ਦਾ ਹੁੰਦਾ ਹੈ ਜਿਹਦੇ ਚ ਪਾ ਕੇ ਸ਼ਰਾਬ ਰੱਖ ਲਈਦੀ ਹੈ। ਸੂਲ ਸਰਾਹੀ ਸ਼ਰਾਬ ਰੱਖਣ ਵਾਲਾ ਬਰਤਨ। ਖੰਜਰ ਪਿਆਲਾ, ਮੈਨੂੰ ਲੱਗਦਾ ਨਹੀਂ ਵੀ ਪਿਆਲੇ ਦੇ ਅਰਥ ਕਰਨ ਦੀ ਲੋੜ ਪਏਗੀ ਕਿਸੇ ਨੂੰ। ਪਿਆਲਾ ਜਿਹਨੂੰ ਅੱਜ ਕੱਲ ਬਾਹਰਲੇ ਦੇਸ਼ਾਂ 'ਚ ਗਲਾਸੀ ਕਹਿੰਦੇ ਨੇ, ਗਲਾਸੀ ਹੀ ਕਾਫੀ। ਜਦੋਂ ਤੁਸੀਂ ਕਿਸੇ ਨੂੰ ਪੁੱਛਦੇ ਨਾ ਵੀ ਗਲਾਸੀ ਲਾਉਣੀ, ਇਹ ਸ਼ਬਦ ਹੀ ਕਾਫੀ ਹੈ ਵੀ ਸ਼ਰਾਬ ਪੀਣੀ। ਇਦਾਂ ਹੀ ਪਿਆਲਾ ਸ਼ਬਦ ਜਿਹੜਾ ਵਾ ਉਹ ਸਰਾਹੀ ਨਾਲ ਆ ਗਿਆ, ਸ਼ਰਾਬ ਰੱਖਣ ਵਾਲਾ ਤੇ ਸ਼ਰਾਬ ਪੀਣ ਵਾਲਾ ਬਰਤਨ। ਪਿਆਲਾ ਮਤਲਬ ਜਿਹਦੇ 'ਚ ਸ਼ਰਾਬ ਪਾ ਕੇ ਪੀਤੀ ਜਾਂਦੀ ਹੈ। ਹੁਣ ਮੇਰੇ ਲਈ ਸੁਰਾਹੀ ਜਿਹਦੇ 'ਚ ਸ਼ਰਾਬ ਰੱਖੀ ਦੀ ਉਹ ਬਣ ਗਈ ਸੂਲ। ਐਂ ਜਿਵੇਂ ਸੂਲ ਹੁੰਦੀ ਹੈ, ਕਿਉਂਕਿ ਸ਼ਰਾਬ ਮੈਨੂੰ ਮਦਹੋਸ਼ ਕਰਦੀ ਹੈ, ਪਰ ਉਹ ਸ਼ਰਾਬ ਰੱਖਣ ਵਾਲੀ ਜਿਹੜੀ ਸੁਰਾਹੀ ਜਿਹਦੇ 'ਚ ਮੈਂ ਸ਼ਰਾਬ ਰੱਖਦੀ ਹਾਂ ਜਾਂ ਰੱਖਦਾ ਹਾਂ ਉਹ ਅੱਜ ਸੂਲਾਂ ਦੀ ਨਿਆਈ ਨਜ਼ਰ ਆ ਰਹੀ ਹੈ। ਖੰਜਰ ਪਿਆਲਾ, ਤੇ ਜਿਸ ਪਿਆਲੇ 'ਚ ਪਾ ਕੇ ਉਹ ਸ਼ਰਾਬ ਪੀਤੀ ਜਾਂਦੀ ਉਹ ਮੇਰੇ ਲਈ ਖੰਜਰ ਦੀ ਨਿਆਈ ਹੈ। ਹੁਣ ਨੁਕਤਾ ਸਮਝੋ, ਇਹ ਕੌਣ ਹੈ ਜਿਸ ਨੂੰ ਸੁਰਾਹੀ ਸੂਲਾਂ ਵਾਂਗੀ ਜਾਪਦੀ ਹੈ? ਕੀ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹਨੂੰ ਸ਼ਰਾਬ ਰੱਖਣ ਵਾਲਾ ਭਾਂਡਾ ਸੂਲਾਂ ਦੀ ਨਿਆਈ ਜਾਪਦਾ ਹੈ? ਆਪ ਥੋੜਾ ਜਿਹਾ ਦਿਮਾਗ ਤੇ ਜ਼ੋਰ ਦਿਓ ਵੀ ਸੁਰਾਹੀ ਮੈਨੂੰ ਸੂਲਾਂ ਵਾਂਗੂ ਜਾਪਦੀ ਹੈ। ਸੂਲ ਸੁਰਾਹੀ ਖੰਜਰ ਪਿਆਲਾ, ਵੀ ਇਹ ਸ਼ਰਾਬ ਰੱਖਣ ਵਾਲਾ ਬਰਤਨ ਸੂਲਾਂ ਦੀ ਨਿਆਈ ਹੈ। ਜੇ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰਚਨਾ ਮੰਨਦੇ ਜੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਤੁਹਾਡੇ ਇਹਨਾਂ ਕਬੂਲਾਂ ਰਾਹੀਂ ਨਸ਼ਈ ਵੀ ਘੋਸ਼ਿਤ ਹੋਣਾ ਪਏਗਾ। ਤੁਸੀਂ ਉਹਨੂੰ ਨਸ਼ਈ ਘੋਸ਼ਿਤ ਵੀ ਕਰ ਰਹੇ ਜੇ ਵੀ ਉਹ ਸ਼ਰਾਬ ਦਾ ਸੇਵਨ ਵੀ ਸੁਰਾਹੀ 'ਚ ਪਾ ਕੇ ਕਰ ਸਕਦਾ ਸੀ। ਜੇ ਕਰ ਨਹੀਂ ਸੀ ਸਕਦਾ ਤੇ ਸੇਵਨ ਹੁੰਦਾ ਸੀ ਉਹਦੇ এনवायरमेंट ਦੇ ਵਿੱਚ, ਜਿਹਨੂੰ ਸੂਲ ਸੁਰਾਹੀ, ਜਿਹਨੂੰ ਉਹ ਸੁਰਾਹੀ ਸੂਲਾਂ ਦੀ ਨਿਆਈ ਜਾਪਦੀ ਹੈ ਵਿਛੋੜੇ ਦੇ ਵਿੱਚ, ਜਿਹਨੂੰ ਪਿਆਲਾ ਖੰਜਰ ਦੀ ਨਿਆਈ ਜਾਪਦਾ ਹੈ। ਕੀ ਤੁਸੀਂ ਇਹ ਮੰਨ ਸਕਦੇ ਜੇ ਵੀ ਕੋਈ ਐਸਾ ਪਿਆਲਾ ਸੀ ਜਿਹਦੀ ਵਰਤੋਂ ਗੁਰੂ ਸਾਹਿਬ ਕਰਦੇ ਸਨ ਤੇ ਉਹ ਪਿਆਲਾ ਇਸ ਰਚਨਾ ਦਾ, ਇਸ ਕਵਿਤਾ ਦਾ ਹਿੱਸਾ ਬਣ ਗਿਆ ਵੀ ਇਹ ਪਿਆਲਾ ਹੁਣ ਮੈਨੂੰ ਮਦਹੋਸ਼ ਨਹੀਂ ਕਰਦਾ, ਇਹ ਪਿਆਲਾ ਮੈਨੂੰ ਹੁਣ ਖੰਜਰ ਦੀ ਨਿਆਈ ਖੁੱਭਦਾ ਹੈ। ਇਹ ਕਿਹੜੇ ਸ਼ੌਂਕ ਨੇ ਜਿਹੜੇ ਗੁਰੂ ਦੇ ਨਾਮ ਨਾਲ ਮੜ ਦਿੱਤੇ ਤੁਸੀਂ? ਕਦੀ ਫੀਮ ਖਵਾਉਣੀ ਸ਼ੁਰੂ ਕਰ ਦਿੰਦੇ ਜੇ, ਕਦੀ ਸੂਲ ਸੁਰਾਹੀ ਤੇ ਖੰਜਰ ਪਿਆਲੇ ਤੱਕ ਲੈ ਜਾਂਦੇ ਜੇ। ਕੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਅਸੀਂ ਪੜ੍ਹ ਲਈ ਹੈ ਸਾਰੀ? ਕੀ
ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਜਾ ਕੇ ਐਸੀਆਂ ਰਚਨਾਵਾਂ ਦਾ ਸਟੇਜਾਂ ਤੇ ਕੁਫਰ ਤੋਲਣਾ ਕੀ ਇਹ ਸਾਨੂੰ ਮੁਵਾਫਕ ਹੈ? ਕਿੱਥੇ ਲੇਖਾ ਦੇਵਾਂਗੇ ਜਾ ਕੇ ਅਸੀਂ? ਖਾਸ ਕਰਕੇ ਮੇਰੀ ਬੇਨਤੀ ਰਾਗੀਆਂ ਨੂੰ ਹੈ। ਬੜੀਆਂ ਹੇਕਾਂ ਲਾ ਲਾ ਕੇ ਪੜ੍ਹਦੇ ਨੇ, ਪੜ੍ਹਨ ਤੋਂ ਪਹਿਲਾਂ ਗਾਉਣ ਤੋਂ ਪਹਿਲਾਂ ਰਚਨਾ ਦੇ ਭਾਵ 'ਚ ਨਹੀਂ ਜਾ ਕੇ ਦੇਖਦੇ, ਸਮਝਦੇ ਨਹੀਂ ਵੀ ਰਚਨਾ ਕਹਿ ਕੀ ਰਹੀ ਹੈ। ਜਿਸ ਵੀ ਕਿਸੇ ਗੁਰੂ ਦੋਖੀ ਨੇ ਰਚਨਾ ਲਿਖੀ ਹੈ, ਉਹ ਗੁਰੂ ਨੂੰ ਸਾਬਤ ਕੀ ਕਰਨਾ ਚਾਹੁੰਦਾ ਹੈ? ਕਿ ਇਹ ਰਾਗੀਆਂ ਦੀ ਡਿਊਟੀ ਨਹੀਂ ਸੀ? ਇਹਨਾਂ ਰਚਨਾਵਾਂ ਨੂੰ ਪੜ੍ਹਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਖਾਂ ਮੀਟ ਕੇ ਪੜ੍ਹ ਦਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਿਨਾਂ ਸਮਝੇ ਵੀ ਪੜ੍ਹ ਦਿਓ, ਮਨਜ਼ੂਰ ਹੈ। ਪਰ ਜਿਹੜੀ ਰਚਨਾ ਵੀ ਬਾਹਰੋਂ ਪੜ੍ਹੀ ਜਾਂਦੀ ਹੈ, ਕਿ ਉਹਦੀ ਕਸਵੱਟੀ ਕਦੀ ਗੁਰੂ ਗ੍ਰੰਥ ਦੀ ਬਾਣੀ ਬਣਾਈ ਅਸੀਂ? ਮੇਰਾ ਰਾਗੀਆਂ ਗਾੜੀ ਸਵਾਲ ਹੈ। ਗੁਰੂ ਸਾਹਿਬ ਨੂੰ ਇੱਥੇ ਸ਼ਰਾਬ ਦੇ ਆਦੀ ਦਿਖਾਇਆ ਜਾ ਰਿਹਾ ਤੇ ਅਸੀਂ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਕਰਕੇ ਤੇ ਬਹੁਤ ਵਿਰਾਗ 'ਚ ਲੈ ਜਾਂਦੇ ਹਾਂ। ਹੁਣ ਗੱਲ ਸਮਝਣੀ ਪਏਗੀ, ਸਾਨੂੰ ਦੇਖਣਾ ਪਏਗਾ ਵੀ ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਜਿਤ ਪੀਤੈ ਖਸਮ ਵਿਸਰੈ, ਦਰਗਾਹ ਮਿਲੇ ਸਜਾਏ, ਜਿਹਨੂੰ ਪੀਣਾ ਖਸਮ ਵਿਸਰ ਜਾਏ। ਉਸੇ ਖਸਮ ਨੂੰ ਕਿਹਾ ਜਾ ਰਿਹਾ ਵੀ ਸੂਲ ਸਰਾਹੀ ਖੰਜਰ ਪਿਆਲਾ, ਵੀ ਹੇ ਖਸਮ, ਤੇਰੇ ਤੋਂ ਬਿਨਾਂ ਸੁਰਾਹੀ ਮੈਨੂੰ ਸੂਲ ਦੀ ਨਿਆਈ ਜਾਪਦੀ ਹੈ, ਤੇਰੇ ਤੋਂ ਬਿਨਾਂ ਪਿਆਲਾ ਮੈਨੂੰ ਖੰਜਰ ਦੀ ਨਿਆਈ ਜੀ ਜਾਪਦਾ ਏ। ਤੇ ਇਹ ਬਾਣੀ ਦੇ ਬਿਲਕੁਲ ਹੀ ਉਲਟ। ਜਿਤ ਪੀਤੈ ਖਸਮ ਵਿਸਰੈ, ਦਰਗਾਹ ਮਿਲੇ ਸਜਾਏ, ਝੂਠਾ ਮੱਧ ਮੂਲ ਨਾ ਪੀਚੀ, ਜੇਕਾ ਪਾਰ ਵਸਾਏ। ਕੀ ਪੜ੍ਹਦੇ ਹਾਂ ਅਸੀਂ? ਜੋ ਵੀ ਸਾਡੀ ਗੁਰਮਤ ਦੀ ਸਟੇਜ ਦੇ ਉੱਤੋਂ ਡਿਲੀਵਰੀ ਹੈ, ਜੋ ਅਸੀਂ ਡਿਲੀਵਰ ਕਰ ਰਹੇ ਹਾਂ, ਉਹਨੂੰ ਗਾਰਡ ਕਰੀਏ, ਵਾਚ ਕਰੀਏ। ਕੀ ਬੋਲ ਰਹੇ ਹਾਂ ਅਸੀਂ, ਕੀ ਪੜ੍ਹ ਰਹੇ ਹਾਂ, ਕੀ ਗਾ ਰਹੇ ਹਾਂ, ਤਾਂ ਕਿ ਕੋਈ ਗਲਤ ਮੈਸੇਜ, ਕੋਈ ਕੋ ਮਤ ਗੁਰਮਤ ਦੀ ਥਾਂ ਤੇ ਮਨ ਮਤ ਨਾ ਸੰਗਤ ਦੇ ਵਿੱਚ ਡਿਲੀਵਰ ਹੋ ਜਾਏ। ਇਹ ਮੇਰੀ ਬੇਨਤੀ ਉਹਨਾਂ ਅਨਭੋਲ ਰਾਗੀਆਂ ਗਾੜੀ, ਉਹਨਾਂ ਜਿਨ੍ਹਾਂ ਨੂੰ ਪਤਾ ਨਹੀਂ, ਪਰ ਜਿਹੜੇ ਜਾਣ ਬੁੱਝ ਕੇ ਪੜ੍ਹਦੇ ਨੇ, ਉਹਨਾਂ ਦਾ ਇਲਾਜ ਕੋਈ ਨਹੀਂ। ਝੂਠੇ ਮੱਦ ਨੂੰ ਮਨਾ ਕਰਨ ਵਾਲਾ, ਜੋ ਵਰਜਣ ਵਾਲਾ, ਉਹਦੇ ਹੱਥ ਦੇ ਵਿੱਚ ਹੀ ਅਸੀਂ ਸਰਾਹੀ ਤੇ ਪਿਆਲਾ ਫੜਾ ਦਿੱਤਾ। ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਹੁਣ ਆਓ ਉਸ ਮਸਲੇ ਨੂੰ ਖੋਲੀਏ ਵੀ ਇਹ ਰਚਨਾ ਕਿਹਦੀ ਹੈ, ਕੌਣ ਲਿਖਣ ਵਾਲਾ, ਕਿੱਥੋਂ ਆਈ, ਕਿਹਦੇ ਸੰਬੰਧਿਤ ਹੈ। ਆ ਬਿੰਗ ਸ਼ਬਦ ਬੜਾ ਕੀਮਤੀ ਜੇ, ਇਹਦੇ ਤੋਂ ਹੋਰ ਇਹ ਗੱਲ ਖੁੱਲ ਜਾਣੀ ਹੈ। ਇੱਕ ਗੱਲ ਇੱਥੋਂ ਤੇ ਖੁੱਲ ਗਈ ਵੀ ਸੂਲ ਸਰਾਹੀ ਖੰਜਰ ਪਿਆਲਾ ਲਿਖਣ ਵਾਲਾ ਗੁਰੂ ਨਹੀਂ। ਹੁਣ ਬਿੰਗ ਕਸਾਈਆਂ ਦਾ ਸਹਿਣਾ, ਬਿੰਗ ਕੀ ਹੁੰਦਾ ਹੈ? ਬਿੰਗ ਉਹ ਸੂਆ ਹੁੰਦਾ ਜਿਹਦੇ ਨਾਲ ਜਾਨਵਰ ਨੂੰ ਜ਼ਿਬਾ ਕੀਤਾ ਜਾਂਦਾ। ਇਸਲਾਮ ਦੇ ਵਿੱਚ, ਇਸਲਾਮ ਦੇ ਵਿੱਚ ਜਦੋਂ ਜਾਨਵਰ ਨੂੰ ਜ਼ਿਬਾ ਕਰਦੇ ਨੇ ਨਾ, ਬਿਸਮਿਲ੍ਲਾ ਕਹਿੰਦੇ ਨੇ ਤੇ ਹਲਾਲ ਕਰਦੇ ਨੇ, ਜਿਹਨੂੰ ਕੁੱਠਾ ਮਾਸ ਅਸੀਂ ਕਹਿੰਦੇ ਆ, ਉਸ ਬਿੰਗ ਰੂਪੀ ਸੂਏ ਨਾਲ ਹੌਲੀ ਹੌਲੀ ਜਾਨਵਰ ਵੱਢਿਆ ਜਾਂਦਾ। ਤਾਂ ਇੱਥੇ ਸ਼ਬਦ ਆਇਆ ਬਿੰਗ ਕਸਾਈਆਂ ਦਾ ਸਹਿਣਾ ਲਿਖਣਹਾਰ। ਜਿਹੜਾ ਬਿੰਗ ਸ਼ਬਦ ਇਸਲਾਮੀ ਸੱਭਿਆਚਾਰ ਦਾ ਹਿੱਸਾ ਹੈ। ਲਿਖਣਹਾਰ ਉਹ ਹੈ ਜਿਹੜਾ ਬਿੰਗ ਦੀ ਵਰਤੋਂ ਕਰਦਾ ਹੈ, ਜਾਂ ਬਿੰਗ ਦੇ ਰਾਹੀਂ ਜੋ ਮਾਸ ਤਿਆਰ ਕੀਤਾ ਜਾਂਦਾ ਹੈ ਉਸ ਭੋਜਨ ਨੂੰ ਅਸੈਪਟ ਕਰਦਾ ਹੈ, ਜੋ ਕਿ ਸਿੱਖ ਸੱਭਿਆਚਾਰ ਨਹੀਂ। ਇਤੋਂ ਇੱਕ ਗੱਲ ਤੇ ਸਪਸ਼ਟ ਹੋ ਗਈ ਵੀ ਜਿਹੜਾ ਕੁੱਠਾ ਮਾਸ, ਆਪਾਂ ਆਖਿਆ ਕਾ ਕੁੱਠਾ ਬੱਕਰਾ ਖਾਣਾ ਗੁਲਾਮੀ ਦੀ ਨਿਸ਼ਾਨੀ ਸੀ ਜੋ, ਤੇ ਉਹ ਕੁੱਠਾ ਇਸੇ ਬਿੰਗ ਦੀ ਵਰਤੋਂ ਰਾਹੀਂ ਜ਼ਿਬਾ ਕੀਤਾ ਜਾਂਦਾ ਸੀ। ਬਿੰਗ ਕਸਾਈਆਂ ਦਾ ਸਹਿਣਾ। ਹੁਣ ਉਹ ਗੱਲਾਂ ਮਿਸਾਲ 'ਚ ਆ ਜਾਣੀਆਂ, ਐਗਜ਼ੈਂਪਲ 'ਚ ਆ ਜਾਣੀਆਂ ਆਪਣੀ ਪੀੜ ਨੂੰ ਪ੍ਰਗਟ ਕਰਨ ਵਾਸਤੇ। ਇਹ ਗੁਰੂ ਪ੍ਰੇਮੀ ਨਹੀਂ ਹੋ ਸਕਦਾ, ਇਹ ਕਮ ਸੇ ਕਮ ਗੁਰੂ ਤਾਂ ਨਹੀਂ ਹੋ ਸਕਦਾ, ਕਿਉਂਕਿ ਜਿਹੜੀ ਵੀ ਮਿਸਾਲ ਬਣਦੀ ਹੈ ਨਾ, ਉਹਦਾ ਸੰਬੰਧ ਤੁਹਾਡੇ ਜੀਵਨ ਨਾਲ ਰਿਹਾ ਹੁੰਦਾ ਹੈ। ਜਿਵੇਂ ਕਬੀਰ ਜੀ ਹੈ, ਕਬੀਰ ਜੀ ਦੀ ਬਾਣੀ ਵਿੱਚੋਂ ਬੁੰਨਾ ਤਾਨਾ ਐਸੀਆਂ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ। ਕਾਰਨ ਕਿਉਂਕਿ ਉਹ ਪੇਸ਼ੇ ਨਾਲ ਸੰਬੰਧਿਤ ਸੀ, ਬੈਕਗਰਾਊਂਡ ਨਾਲ ਸੰਬੰਧਿਤ ਸੀ। ਜਿਹੋ ਜੀ ਸਾਡੀ ਬੈਕਗਰਾਊਂਡ ਹੋਵੇ, ਉਸੇ ਬੈਕਗਰਾਊਂਡ ਦੇ ਵਿੱਚੋਂ ਅਸੀਂ ਮਿਸਾਲਾਂ ਲਿਆ ਕੇ ਸਿਧਾਂਤ ਦੀ ਸਪਸ਼ਟਤਾ ਲੋਕਾਂ ਦੇ ਸਾਹਮਣੇ ਰੱਖਦੇ ਹਾਂ। ਬਿੰਗ ਕਸਾਈਆਂ ਦਾ ਸਹਿਣਾ ਇਸਲਾਮੀ ਸੱਭਿਆਚਾਰ ਦਾ ਸ਼ਬਦ ਹੈ ਪੰਜਾਬੀ, ਨੋ ਡਾਊਟ ਹੈ ਪੰਜਾਬੀ। ਪਰ ਇਹ ਜਿਹੜੀ ਪੰਜਾਬੀ ਹੈ, ਕਿਉਂਕਿ ਮੈਂ ਜਿਵੇਂ ਦੱਸ ਚੁੱਕਾ ਵੀ 10 ਇਹ ਸ਼ਬਦ ਟਾਈਟਲ ਹੇਠ 709 ਤੋਂ ਲੈ ਕੇ 712 ਪੰਨੇ ਤੱਕ ਹੈ ਬਚਿੱਤਰ ਨਾਟਕ ਦੇ, ਤੇ ਉਹਨਾਂ 10 ਦੇ ਵਿੱਚੋਂ 9 ਜਿਹੜੀਆਂ ਰਚਨਾ ਨੇ ਉਹ ਬ੍ਰਿਜ ਭਾਸ਼ਾ 'ਚ, ਕੇਵਲ ਇਹ ਪੰਜਾਬੀ 'ਚ ਹੈ। ਤੇ ਇਹ ਮਿਡਲ ਦੇ ਵਿੱਚ ਫਿੱਟ ਕੀਤੀ ਗਈ ਹੈ, ਲਿਆ ਕੇ ਫੜ ਕੇ ਮਿਡਲ ਦੇ ਵਿੱਚ ਹੀ ਫਿੱਟ ਕਰ ਦਿੱਤੀ ਗਈ, ਬਾਕੀ ਬ੍ਰਿਜ ਭਾਸ਼ਾ 'ਚ ਨੇ। ਸੋ ਕਿੱਡੇ ਤਰੀਕੇ ਨਾਲ ਇਹ ਗੀਤ, ਇਹ ਕਵਿਤਾ ਲਿਆ ਕੇ
ਸਿੱਖ ਸੱਭਿਆਚਾਰ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਹੋਰ 9 ਰਚਨਾਵਾਂ ਵੀ ਦਾ ਸਿਧਾਂਤ ਵੀ ਕਿਤੇ ਜੇ ਜੋਗਮਤ ਦਾ ਖੰਡਣਿਆ ਤੇ ਅੱਗੇ ਜਾ ਕੇ ਉਹਨਾਂ ਹੀ ਰਚਨਾ ਦੇ ਵਿੱਚ ਕੇਵਲ ਕਾਲ ਨੂੰ ਕਰਤਾਰ ਬਣਾ ਕੇ ਪੇਸ਼ ਕੀਤਾ ਗਿਆ, ਜੋ ਕਿ ਅੱਜ ਦੇ ਐਪੀਸੋਡ ਦਾ ਹਿੱਸਾ ਨਹੀਂ। ਪਰ ਇਹ ਰਚਨਾ ਕਿਵੇਂ ਫੁਟਕਲ ਲਿਆ ਕੇ ਵਿੱਚ ਪੰਜਾਬੀ ਦੀ ਰਚਨਾ ਫਿੱਟ ਕਰ ਦਿੱਤੀ ਗਈ ਤੇ ਇਹਨੂੰ ਵੱਧ ਤੋਂ ਵੱਧ ਪ੍ਰਚਾਰਿਆ ਗਿਆ ਤੇ ਸਿੱਖ ਸੱਭਿਆਚਾਰ ਦਾ ਹਿੱਸਾ ਬਣਾਇਆ ਗਿਆ। ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ 70 ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇੱਥੋਂ ਨੁਕਤਾ ਖੁੱਲ ਗਿਆ ਜੀ। ਹੁਣ ਆ ਅਖੀਰਲੀਆਂ ਤੁਕਾਂ ਨੇ ਤੇ ਇੱਥੋਂ ਹੁਣ ਸਾਰਾ ਮਸਲਾ ਸਪਸ਼ਟ ਹੋ ਗਿਆ ਵੀ ਇਹ ਕੌਣ ਲਿਖਣ ਆ ਰਿਹਾ ਹੈ, ਕਿਹਦੇ ਸੰਬੰਧ ਚ ਰਚਨਾ ਹੈ, ਕਿਹਦੀ ਪੀੜ ਹੈ ਜਿਹੜੀ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਮ ਨਾਲ ਮੜ ਦਿੱਤੀ। ਯਾਰੜੇ ਦਾ ਸਾਨੂੰ 70 ਚੰਗਾ, ਭੱਠ ਖੇੜਿਆਂ ਦਾ ਰਹਿਣਾ। ਹੁਣ ਯਾਰੜੇ ਮਤਲਬ ਯਾਰ, ਪਿਆਰ ਨਾਲ ਯਾਰ ਨੂੰ, ਜਿਵੇਂ ਮੁੱਖ ਨੂੰ ਮੁਖੜਾ, ਯਾਰ ਨੂੰ ਯਾਰੜਾ। ਯਾਰੜੇ ਦਾ ਸਾਨੂੰ 70 ਚੰਗਾ, ਭਾਵ ਵੀ ਯਾਰ ਦੇ ਨੇੜੇ ਰਹਿ ਕੇ ਮੈਂ ਭੁੰਜੇ ਵੀ ਸੌਂ ਜਾ ਤੇ ਮੈਨੂੰ ਮਨਜ਼ੂਰ ਹੈ। ਇਹ ਮਨੋਦਸ਼ਾ ਉਹਦੀ ਹੈ ਜਿਹੜਾ ਮਹਿੰਗੇ ਬੈੱਡਾਂ ਤੇ ਪਲੰਘਾਂ ਤੇ ਸੌਣ ਵਾਲਾ ਵਾ, ਜਿਹੜਾ ਮਹਿੰਗੀਆਂ ਰਜਾਈਆਂ ਲੈਣ ਵਾਲਾ ਵਾ, ਜਿਹਦੇ ਲਾਗੇ ਸਰਾਹੀ ਤੇ ਪਿਆਲੇ ਪਏ ਨੇ, ਉਹਦੀ ਮਨੋਦਸ਼ਾ ਹੈ। ਉਹਦੀ ਮਨੋਦਸ਼ਾ ਦੇ ਵਿੱਚੋਂ ਇੱਕ ਕਵਿਤਾ ਉੱਭਰੀ ਹੈ। ਤੇ ਜੇ ਗੁਰੂ ਸਾਹਿਬ ਨੂੰ ਮਾਸ਼ੀਵਾੜੀ ਦੇ ਜੰਗਲਾਂ 'ਚ ਭਾ ਕੇ ਤੁਸੀਂ ਇਹ ਕਵਿਤਾ ਲਿਖਾ ਰਹੇ ਤੇ ਉੱਥੇ ਹਾਲਾਤ ਤੇ ਇਸ ਕਵਿਤਾ ਦੇ ਹਾਲਾਤ ਆਪਾ ਵਿਰੋਧੀ ਨੇ। ਉੱਥੇ ਕੰਡਿਆਂ ਤੇ ਪਏ ਨੇ, ਉੱਥੇ ਪੈਰਾਂ 'ਚ ਕੰਡੇ ਵੱਜੇ ਨੇ, ਭੁੰਜੇ ਰੋੜਿਆਂ ਤੇ ਪਏ ਨੇ। ਮਤਲਬ ਕਵਿਤਾ ਦੇ ਹਾਲਾਤ ਵੀ ਉਸ ਸਾਖੀ ਨਾਲ, ਉਸ ਮਿਥਹਾਸ ਨਾਲ ਨਹੀਂ ਮਿਲਦੇ। ਯਾਰੜੇ ਦਾ ਸਾਨੂੰ 70 ਚੰਗਾ, ਭੱਠ ਖੇੜਿਆਂ ਦਾ ਰਹਿਣਾ। ਯਾਰੜੇ, ਯਾਰ ਦਾ ਸਾਨੂੰ 70 ਚੰਗਾ, ਭਾਵ ਯਾਰ ਦੇ ਨੇੜੇ ਰਿਹਾ, ਭੁੰਜੇ ਸੌਣਾ ਵੀ ਮਨਜ਼ੂਰ ਹੈ ਸਾਨੂੰ। ਭੱਠ ਖੇੜਿਆਂ ਦਾ ਰਹਿਣਾ। ਹੁਣ ਖੇੜਾ ਕੀ ਹੈ? ਤੁਹਾਨੂੰ ਮੈਂ ਪੰਜਾਬੀ ਗੀਤ ਯਾਦ ਕਰਾਉਣਾ ਚਾਹੁੰਦਾ। ਮੇਰਾ ਖਿਆਲ ਹੰਸਰਾਜ ਦਾ ਗਾਇਆ ਹੈ, ਕੋਈ ਪੱਟ ਕੇ ਸਿਆਲੋਂ ਬੂਟਾ ਤੇ ਖੇੜਿਆਂ ਨੂੰ ਲਈ ਜਾਂਦਾ ਏ। ਕੋਈ ਸਿਆਲੋਂ ਬੂਟਾ ਪੱਟ ਕੇ ਤੇ ਖੇੜਿਆਂ ਨੂੰ ਲਈ ਜਾਂਦਾ ਹੈ। ਨੁਕਤਾ ਸਮਝ ਆ ਗਿਆ ਹੋਏਗਾ। ਖੇੜਾ ਅਸਲ 'ਚ ਕੀ ਹੈ? ਹੀਰ ਤੇ ਰਾਂਝੇ ਦਾ ਇਹ ਕਿੱਸਾ ਏ। ਹੀਰ ਦਰਦ ਆ, ਹੀਰ ਦਾ ਦਰਦ ਬਿਆਨ ਕੀਤਾ ਹੈ ਕਿਸੇ ਕਵੀ ਨੇ। ਜਿਸ ਕਵੀ ਨੇ ਦਰਦ ਬਿਆਨ ਕੀਤਾ ਏ ਉਹ ਕਵੀ ਪੰਜਾਬੀ ਬੋਲਦਾ ਏ, ਪੰਜਾਬੀ ਲਿਖਦਾ ਏ, ਪੰਜਾਬੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਏ ਤੇ ਇਹ ਪੰਜਾਬੀ ਦਾ ਕਵੀ ਲਹਿੰਦੇ ਪੰਜਾਬ ਦਾ ਏ। ਪਾਕਿਸਤਾਨ ਦੇ, ਜੋ ਇਸ ਵੇਲੇ ਪਾਕਿਸਤਾਨ ਦੇ ਇਲਾਕੇ 'ਚ ਚਲਾ ਗਿਆ, ਲਹਿੰਦੇ ਪੰਜਾਬ ਦਾ ਏ। ਕਿਉਂਕਿ ਇਸ ਭਾਸ਼ਾ ਦੇ ਵਿੱਚ ਜਿਹੜੀ ਇਸਲਾਮੀ ਤੱਤ ਝਲਕ ਰਿਹਾ ਏ, ਇਸ ਭਾਸ਼ਾ ਦੇ ਵਿੱਚ ਜੋ ਲਹਿੰਦੀ ਪੰਜਾਬੀ ਝਲਕ ਰਹੀ ਹੈ, ਉਹ ਮੂਲ ਝਲਕ ਰਿਹਾ ਏ। ਉਹਦੇ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ। ਯਾਰੜੇ ਦਾ ਸਾਨੂੰ 70 ਚੰਗਾ, ਭੱਠ ਖੇੜਿਆਂ ਦਾ ਰਹਿਣਾ। ਖੇੜਾ ਕੀ ਸੀ? ਹੀਰ ਦਾ ਪਿੰਡ ਦਾ ਨਾਮ ਝੰਗ ਮੰਗਿਆਣਾ ਸੀ। ਹੀਰ ਦੀ ਜਾਤ ਸਿਆਲ ਸੀ, ਜਿਹਨੂੰ ਹੰਸਰਾਜ ਨੇ ਗਾਇਆ ਵੀ ਕੋਈ ਪੱਟ ਕੇ ਸਿਆਲੋਂ ਬੂਟਾ, ਸਿਆਲ ਜਾਤ ਦਾ ਬੂਟਾ ਪੱਟ ਕੇ ਖੇੜਿਆਂ ਨੂੰ ਲਈ ਜਾਂਦਾ ਏ। ਖੇੜਾ ਕੀ ਸੀ? ਹੀਰ ਦੇ ਸਹੁਰਿਆਂ ਦਾ ਪਿੰਡ। ਹੀਰ ਦਾ ਆਪਦਾ ਪਿੰਡ ਝੰਗ ਮੰਗਿਆਣਾ, ਜਾਤ ਉਹਦੀ ਸਿਆਲ ਹੋ ਗਈ ਤੇ ਚੂਚਕ ਉਹਦੇ ਪਿਓ ਦਾ ਨਾਂ ਸੀ ਤੇ ਵਿਆਹੀ ਹੋ ਗਈ ਸੀ। ਜਿਹੜਾ ਉਹਦੇ ਸਹੁਰੇ ਸਨ ਉਹ ਸੀ ਖੇੜੇ। ਇਦਾਂ ਹੀ ਰਾਂਝਾ ਜਿਹੜਾ ਸੀ ਉਹ ਧੀਦੋ ਤਖਤ ਹਜ਼ਾਰੇ, ਜੋ ਪਾਕਿਸਤਾਨ, ਉਹਦਾ ਵਸਨੀਕ ਸੀ। ਹੁਣ ਬੈਕਗਰਾਉਂਡ ਸਾਰੀ ਸਮਝ ਆ ਗਈ ਵੀ ਕਿੱਥੋਂ ਦੀ ਕਵਿਤਾ, ਇਹ ਕਿਹਦੇ ਸੰਬੰਧ ਵਿੱਚ, ਤੇ ਲਿਖਣ ਵਾਲਾ ਵੀ ਉੱਥੋਂ ਦਾ ਕੋਈ ਲੋਕਲ ਕਵੀ। ਭੱਠ ਖੇੜਿਆਂ ਦਾ ਰਹਿਣਾ। ਹੁਣ ਹੀਰ ਦੀ ਦਸ਼ਾ ਨੂੰ ਬਿਆਨ ਕਰਦਾ ਕਵੀ ਆਪਣੇ ਰਾਹੀਂ ਇਹ ਪ੍ਰਗਟ ਕਰਦਾ ਵੀ ਉਹਦੇ ਆਸਤੇ ਰਜਾਈਆਂ, ਸੁਰਾਈਆਂ, ਪਿਆਲੇ, ਉਹਦੇ ਆਸਤੇ ਰਾਂਝਿਆ ਤੇਰੇ ਤੋਂ ਵਿਛੜ ਕੇ ਰਜਾਈਆਂ 'ਚ ਸੌਣਾ ਨਾਗਾਂ ਦੇ ਨਿਵਾਸ ਦੇ ਬਰਾਬਰ ਹੈ। ਉਸ ਰਜਾਈਆਂ ਦਾ ਓੜਨਾ ਇੱਕ ਵੱਡਾ ਰੋਗ ਹੈ ਉਹਦੇ ਹੀਰ ਵਾਸਤੇ। ਯਾਰੜੇ ਦਾ ਉਹਨੂੰ 70 ਚੰਗਾ ਏ, ਤੇਰਾ ਉਹਨੂੰ ਭੁੰਜੇ ਸੌਣਾ ਵੀ ਮਨਜ਼ੂਰ ਹੈ ਤੇਰੇ ਮਿਲਾਪ ਨਾਲ, ਪਰ ਭੱਠ ਖੇੜਿਆਂ ਦਾ ਰਹਿਣਾ। ਪਰ ਤੇਰੇ ਤੋਂ ਬਿਨਾਂ ਉਸ ਖੇੜਿਆਂ ਦੇ ਵਿੱਚ ਰਹਿਣਾ, ਉਸ ਨਗਰ ਦੇ ਵਿੱਚ ਰਹਿਣਾ ਇਉਂ ਹੈ ਜਿਵੇਂ ਭੱਠੀ 'ਚ ਸੜਨਾ। ਪੱਟ ਕੇ ਸਿਆਲੋਂ ਬੂਟਾ ਖੇੜਿਆਂ ਨੂੰ ਲਈ ਜਾਂਦਾ ਏ। ਯਾਰੜੇ ਦਾ ਸਾਨੂੰ 70 ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਵਿਤਾ ਸੀ ਹੀਰ ਤੇ ਰਾਂਝੇ ਦੀ। ਚੀਕਾਂ ਮਾਰਦੀ ਸੀ ਹੀਰ, ਹੀਰ ਦੀ ਚੀਸ ਦਿਖਾਈ ਗਈ ਕਿਸੇ ਕਵੀ ਰਾਹੀਂ। ਜਿਸ ਕਵੀ ਰਾਹੀਂ ਚੀਸ ਦਿਖਾਈ ਗਈ ਉਹਨੇ ਆਪਣੇ ਤਰੀਕੇ ਨਾਲ ਮਿਸਾਲਾਂ ਵੀ ਦਿੱਤੀਆਂ ਤੇ ਚੀਸ ਉਹਦੀ ਹੈਗੀ ਆ ਰਾਂਝੇ ਦੇ ਸੰਬੰਧ ਵਿੱਚ। ਤੇ ਚੀਕਾਂ ਉਹ ਮਾਰਦੀ ਵੀ ਇਸ ਖੇੜੇ ਦੇ ਵਿੱਚ ਮੇਰੇ ਤੋਂ ਰਿਹਾ ਨਹੀਂ ਹੋ ਜਾਂਦਾ, ਤੇਰੇ ਨਾਲ ਰਹਿਣਾ ਤਾਂ ਮੈਂ ਭੁੰਜੇ ਸੌਣਾ ਵੀ ਮਨਜ਼ੂਰ ਹੈ, ਤੇਰੀ ਕਾਲ ਕੋਠੜੀ 'ਚ ਰਹਿਣਾ ਵੀ ਮੈਨੂੰ ਮਨਜ਼ੂਰ ਹੈ। ਜਿਹੜੀ ਝੌਂਪੜੀ ਤੇਰੀ ਬਣਾਈ ਹੋਏਗੀ, ਕੱਖਾਂ ਦੀ ਕੁੱਲੀ ਤੇਰੀ ਬਣਾਈ ਹੋਏਗੀ, ਉਹਦੇ 'ਚ ਰਹਿਣਾ ਵੀ ਮਨਜ਼ੂਰ ਹੈ।
ਸੋ ਕੱਖਾਂ ਦੀ ਕੁੱਲੀ ਵਾਲਾ ਮਸਲਾ ਜੋ ਹੀਰ ਦੇ ਰਾਹੀਂ ਦਰਸਾਇਆ ਗਿਆ ਰਾਂਝੇ ਦੇ ਕੋਲ, ਉਹ ਗੱਲ ਸਪਸ਼ਟ ਵੀ ਹੈ ਵੀ 14-15 ਸਾਲ ਉਹਨੇ ਮੱਝਾਂ ਹੀ ਚਾਰੀਆਂ ਨੇ ਆਣ ਕੇ। ਆਕਸਫੋਰਡ ਜਾਂ ਕੈਂਬਰਿਜ ਯੂਨੀਵਰਸਿਟੀ ਦਾ ਪੜ੍ਹਿਆ ਨਹੀਂ ਸੀ, PhD ਨਹੀਂ ਕੀਤੀ ਉਹਨੇ, ਡਾਕਟਰੇਟ ਨਹੀਂ ਕੀਤੀ ਵੀ ਕਿਤੇ ਪ੍ਰੋਫੈਸਰ ਲੱਗ ਗਿਆ। ਜਿਹੜਾ ਕਮਲ ਉਹਨੇ ਕੁੱਟਿਆ ਏ 12-13 ਸਾਲ, ਜਿਹੜਾ ਕਮਲ ਕੁੱਟਦਾ ਰਿਹਾ ਵੀ ਉਹਦੇ ਨਾਲ ਉਹਨੂੰ ਮਿਲਣਾ ਵੀ ਕੀ ਸੀ, ਇੱਕ ਕੁੱਲੀ ਬਣਾ ਲਏਗਾ ਵੱਧ ਤੋਂ ਵੱਧ। ਤੇ ਹੀਰ ਕਹਿੰਦੀ ਵੀ ਮੈਨੂੰ ਤੇਰਾ ਸੱਥਰ ਹੀ ਚੰਗਾ ਵਾ, ਜੇ ਭੁੰਜੇ ਵੀ ਸਵਾ ਦੇਗਾ ਨਾ ਮੈਨੂੰ, ਤੂੰ ਨੰਗ ਵੀ ਹੋਏਗਾ, ਭੁੰਜੇ ਸਵਾ ਦੇਗਾ ਨਾ, ਮੈਂ ਭੁੰਜੇ ਸੌਣ ਨੂੰ ਤਿਆਰ ਆ, ਪਰ ਭੱਠ ਖੇੜਿਆਂ ਦਾ ਰਹਿਣਾ, ਵੀ ਇੱਥੇ ਰਹਿਣਾ ਐ ਜਿਵੇਂ ਮੈਂ ਭੱਠੀ 'ਚ ਤਪ ਰਹੀ ਹਾਂ। ਉਹਦਾ ਕਾਰਨ ਵੀ ਜਿਹੜਾ ਹੀਰ ਦੇ ਸਹੁਰਿਆਂ ਦਾ ਪਿੰਡ ਸੀ, ਜਿਹੜੇ ਇਹਦੇ ਸਹੁਰੇ ਸਨ ਬੜੇ ਅਮੀਰ ਸਨ, ਜੋ ਇਹਦੇ ਪੁਰਾਣੇ ਕਿੱਸੇ ਮਿਲਦੇ ਨੇ ਹੀਰ ਦੇ, ਹਰ ਤਰ੍ਹਾਂ ਦੀ ਸੁੱਖ ਸਹੂਲਤ ਸੀ ਉਹਦੇ ਕੋਲ। ਉਹ ਸੁੱਖ ਸਹੂਲਤ ਦੇ ਹੁੰਦਿਆਂ ਵੀ ਰਾਂਝੇ ਦਾ ਵਿਛੋੜਾ ਨਹੀਂ ਉਤੋਂ ਝੱਲਿਆ ਜਾ ਰਿਹਾ। ਇਸ ਕਰਕੇ ਉਹਨੇ ਆਵਾਜ਼ ਮਾਰੀ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਹਾਲ ਫਕੀਰਾਂ ਦਾ ਕਹਿਣਾ। ਇਹ ਮੇਰੇ ਉਸ ਮਿੱਤਰ ਨੂੰ, ਮੇਰੇ ਫਕੀਰਾਂ ਦਾ, ਮੇਰੀ ਇਸ ਫਕੀਰ ਦਾ ਹਾਲ ਦੱਸ ਦੇਣਾ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓੜਨ, ਬੜੀ ਅਮੀਰੀ ਉਹ, ਤੁਧ ਬਿਨ ਰੋਗ ਰਜਾਈਆਂ ਦਾ ਓੜਨ, ਪਰ ਇਹਨਾਂ ਰਜਾਈਆਂ ਨੂੰ ਓੜਨਾ ਰੋਗ ਦੇ ਸਮਾਨ ਆ। ਨਾਗ ਨਿਵਾਸਾਂ ਦਾ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਮੇਰੇ ਲਈ ਇਹ ਸਾਹਮਣੇ ਪਈ ਹੋਈ ਸਰਾਈ, ਜਿਸ ਦੀ ਵਰਤੋਂ ਬੇਸ਼ੱਕ ਮੇਰਾ ਖਸਮ ਬੜੇ ਮਾਨ ਨਾਲ ਮਦਹੋਸ਼ੀ ਆਸਤੇ ਕਰਦਾ ਹੋਏਗਾ, ਪਰ ਮੇਰੇ ਵਾਸਤੇ ਸੂਲ ਦੀ ਨਿਆਈ ਹੈ। ਮੇਰੇ ਲਈ ਇਹ ਪਿਆਲੇ ਜਿਹੜੇ ਨੇ ਖੰਜਰ ਦੀ ਨਿਆਈ, ਖੰਜਰ ਵਾਂਗੂ ਚੁੱਭਦੇ ਨੇ ਮੈਨੂੰ। ਬਿੰਗ ਕਸਾਈਆਂ ਦਾ ਸਹਿਣਾ, ਐਸੀ ਪੀੜਾ ਏ ਜਿਵੇਂ ਬਿੰਗ ਦੀ ਪੀੜ ਹੁੰਦੀ ਹੈ, ਜਿਵੇਂ ਜਿਭਾ ਕੀਤੀ ਜਾ ਰਹੀ ਹਾਂ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਕੋਈ ਪੱਟ ਕੇ ਸਿਆਲੋਂ ਬੂਟਾ ਖੇੜਿਆਂ ਨੂੰ ਲਈ ਜਾਂਦਾ ਏ। ਉਹ ਗੀਤ ਨੂੰ ਯਾਦ ਕਰੋ ਤੇ ਇਹਦੀਆਂ ਅਖੀਰਲੀਆਂ 2 ਤੁਕਾਂ ਯਾਦ ਕਰ ਲਓ, ਮਸਲਾ ਸਪਸ਼ਟ ਹੋ ਜਾਣਾ। ਪਿਆਰਾ ਸਿੰਘ ਪਦਮ, ਜਿਸ ਨੇ ਹੀਰ ਵਾਰਿਸ ਸ਼ਾਹ ਸੰਪਾਦਿਤ ਕੀਤੀ ਹੈ, ਉਹਦੇ ਮੁੱਖ ਬੰਦ ਦੇ ਵਿੱਚ ਉਹਨੇ ਤਕਰੀਬਨ 50 ਉਹ ਨਾਮ ਜ਼ਿਕਰ ਕੀਤੇ ਨੇ ਜਿਨ੍ਹਾਂ ਨੇ ਹੀਰ ਲਿਖੀ ਹੈ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵੀ ਨਾਮ ਉਹਨੇ ਸ਼ਾਮਲ ਕੀਤਾ ਹੈ। ਵੀ ਹੀਰ ਲਿਖਣ ਵਾਲਿਆਂ ਦੇ ਵਿੱਚ ਪਿਆਰਾ ਸਿੰਘ ਪਦਮ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਨਾਮ ਵੀ ਸ਼ਾਮਲ ਕਰ ਦਿੱਤਾ, ਜਿਸ ਤੋਂ ਇੱਕ ਗੱਲ ਤੇ ਸਪਸ਼ਟ ਹੋ ਗਈ ਵੀ ਇਹ ਵਾਰਤਾਲਾਪ ਜਾਂ ਇਹ ਚੀਸ ਹੀਰ ਦੀ ਰਾਂਝੇ ਤੱਕ ਹੈ। ਹਾਂ, ਇਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਮ ਦੇ ਉੱਤੇ ਮੜਨਾ ਇਹ ਬੜੀ ਵੱਡੀ ਕੁਤਾਹੀ ਹੈ। ਸੋ ਇਸ ਕਰਕੇ ਇਹ ਰਚਨਾ ਕਿਸੇ ਵੀ ਕਵੀ ਦੀ, ਕਿਸੇ ਪਾਕਿਸਤਾਨੀ ਪੰਜਾਬੀ ਕਵੀ ਦੀ, ਜੋ ਹੀਰ ਦੀ ਚੀਸ ਨੂੰ ਪ੍ਰਗਟ ਕਰਦਾ ਹੈ। ਸੋ ਇਹ ਕਵਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਮ ਨਾਲ ਅਖੌਤੀ ਦਸ਼ਮ ਗ੍ਰੰਥ ਦੇ ਰਾਹੀਂ ਬਦੋਬਦੀ ਮੜ ਦਿੱਤੀ ਗਈ, ਜੋ ਕਿ ਮੂਲੋਂ ਗਲਤ ਹੈ। ਸੋ ਇਹ ਸੀ ਆਪਣਾ ਅੱਜ ਦਾ ਪਹਿਲਾ ਵਿਸ਼ਾ, ਜੋ ਅਖੌਤੀ ਦਸ਼ਮ ਗ੍ਰੰਥ ਬਚਿੱਤਰ ਨਾਟਕ ਦੇ ਪ੍ਰਚਲਿਤ ਸ਼ਬਦਾਂ ਦੀ ਵਿਆਖਿਆ ਜਾਂ ਉਹਨਾਂ ਤੇ ਗੱਲਬਾਤ ਆਪਾਂ ਸ਼ੁਰੂ ਕੀਤੀ ਹੈ। ਇਹ ਅੱਜ ਵਾਸਤੇ ਮੈਂ ਇੱਥੇ ਹੀ ਖਿਮਾ ਦਾ ਜਾਚਕ ਹੋਵਾਂਗਾ। ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।